ਹੈਲੋ ਸਟੂਡੈਂਟਸ, ਨਮਸਕਾਰ। ਤੁਹਾਨੂੰ ਸਾਰਿਆਂ ਨੂੰ ਪਹਿਲਾਂ +2 ਦੇ ਵਿੱਚ ਨਵੀਂ ਕਲਾਸ ਦੇ ਵਿੱਚ ਆਉਣ ਲਈ ਕਾਂਗਰੈਟਸ। +1 ਦਾ ਸਾਰਿਆਂ ਦਾ ਰਿਜ਼ਲਟ ਬਹੁਤ ਹੀ ਅੱਛਾ ਰਿਹਾ ਹੋਊਗਾ। ਹੁਣ ਤੁਸੀਂ +2 ਵੋਕੇਸ਼ਨਲ ਦੇ ਸਟੂਡੈਂਟਸ ਐਡਮਿਸ਼ਨ ਲੈ ਚੁੱਕੇ ਹੋ ਤਾਂ ਤੁਹਾਡਾ ਪਹਿਲਾ ਹੀ ਸਬਜੈਕਟ ਹੈ ਸਟੂਡੈਂਟਸ ਫੂਡ ਪ੍ਰੋਸੈਸਿੰਗ, ਜਿਹਦੇ ਵਿੱਚ ਤੁਹਾਡੀ ਪਹਿਲੀ ਡੈਫੀਨੇਸ਼ਨ ਬਣਦੀ ਹੈ ਫੂਡ। ਦੇਖੋ ਕੀ ਕਹਿੰਦਾ, ਐਨੀ ਨਿਊਟ੍ਰੀਸ਼ੀਅਸ substances that people or animals eat or drink or that plant absorb in order to maintain life and growth। ਜਿਉਂਦੇ ਰਹਿਣ ਲਈ, ਵਿਕਾਸ ਦੇ ਲਈ, ਵਾਧੇ ਲਈ ਜਿਹੜੇ ਭੋਜਨ ਪਦਾਰਥ ਅੰਸ਼ ਅਸੀਂ ਲੈਂਦੇ ਹਾਂ ਜਾਂ ਪੀਂਦੇ ਹਾਂ, ਸਾਨੂੰ ਉਹ ਕੀ ਕਰਦੇ ਹਨ, ਨਰਿਸ਼ ਕਰਦੇ ਹਨ, ਸਾਡੀ ਪੌਸ਼ਟਿਕਤਾ ਨੂੰ ਵਧਾਉਂਦੇ ਹਨ। ਉਹ ਕੀ ਹੁੰਦਾ ਹੈ, ਜੇ ਭੋਜਨ ਪਦਾਰਥਾਂ ਨੂੰ ਕੀ ਕਹਿੰਦੇ ਆ, ਭੋਜਨ ਪਦਾਰਥ। ਤਾਂ ਤੁਸੀਂ ਸੋਚਦੇ ਹੋਵੋਗੇ ਕਿ ਭੋਜਨ ਦੀਆਂ ਵੀ ਕੋਈ ਟਾਈਪਸ ਹੁੰਦੀਆਂ ਨੇ। ਬਿਲਕੁਲ ਸਟੂਡੈਂਟਸ, ਭੋਜਨ ਦੀਆਂ ਟਾਈਪਸ ਹੁੰਦੀਆਂ ਹੈਗੀਆਂ ਨੇ। 3 ਟਾਈਪਸ ਨੇਗੀਆਂ ਜਿਹੜੀ ਕਿ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ। ਪਹਿਲੀ ਪੈਰੀਸ਼ੀਏਬਲ, ਦੂਸਰੀ ਸੈਮੀ ਪੈਰੀਸ਼ੀਏਬਲ, ਤੀਸਰੀ ਸਟੇਬਲ ਪੈਰੀਸ਼ੀਏਬਲ। ਪੈਰੀਸ਼ੀਏਬਲ ਦਾ ਪੰਜਾਬੀ ਅਨੁਵਾਦ ਲਿਖ ਲਓ ਸਟੂਡੈਂਟਸ, ਨਾਸ਼ਵਾਨ। ਕੀ ਲਿਖ ਲਿਆ, ਨਾਸ਼ਵਾਨ। ਨਾਸ਼ਵਾਨ ਦੇ ਵਿੱਚ ਜਿਵੇਂ ਸਟੂਡੈਂਟ ਸਾਰੇ ਫਰੂਟਸ ਆਉਂਦੇ ਨੇ, ਮਿਲਕ ਆਉਂਦਾ, ਜਿਹੜੇ ਕਿ ਅਸੀਂ ਇੱਕ ਦਿਨ ਦੇ ਵਿੱਚ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡੀ ਕੋਈ ਵੀ ਚੀਜ਼ ਖਰਾਬ ਨਾ ਹੋਵੇ। ਫਿਰ ਤੁਸੀਂ ਸਟੂਡੈਂਟਸ ਦੂਸਰਾ ਤੁਹਾਡੇ ਕੋਲ ਆਉਂਦਾ ਸੈਮੀ ਪੈਰੀਸ਼ੀਏਬਲ। ਕਿਹੜਾ, ਸੈਮੀ ਪੈਰੀਸ਼ੀਏਬਲ, ਜਿਹਦੇ ਵਿੱਚ ਖਰਾਬ ਤਾਂ ਹੋਣ ਦੇ ਚਾਂਸ ਨੇ, ਪਰ ਕੀ ਕਰ ਸਕਦੇ ਹਾਂ ਅਸੀਂ, ਉਹ ਕੁਝ ਦਿਨਾਂ ਤੋਂ ਲੈ ਕੇ 1 ਹਫ਼ਤੇ ਤੱਕ ਸੰਭਾਲ ਕੇ ਰੱਖ ਸਕਦੇ ਹਾਂ। ਤੀਸਰੇ ਟਾਈਪ ਦਾ ਦੇਖੋ ਸਰ, ਸੈਲਫ ਸਟੇਬਲ। ਸੈਲਫ ਆਪਣੇ ਆਪ, ਸਟੇਬਲ ਪਰਮਾਨੈਂਟ, ਫਿਕਸ, ਪੂਰੇ ਤੌਰ 'ਤੇ। ਉਹ ਭੋਜਨ ਪਦਾਰਥ ਜੋ ਕਿ ਸਾਡੇ ਮਹੀਨਿਆਂ ਤੱਕ, ਦਿਨਾਂ ਤੋਂ, ਹਫ਼ਤਿਆਂ ਤੋਂ ਮਹੀਨਿਆਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ ਜਾਂ ਸਾਲ ਤੱਕ ਸੰਭਾਲ ਕੇ ਸਕਦੇ ਹਾਂ, ਉਹਨਾਂ ਨੂੰ ਕੀ ਕਹਿੰਦੇ ਆ, ਸੈਲਫ ਸਟੇਬਲ। ਸਾਰਿਆਂ ਦੇ ਘਰੇ ਕਣਕ ਵਾਲਾ ਢੋਲ ਜਿੱਥੇ ਪਿਆ ਸਟੂਡੈਂਟਸ, ਉਹਦੇ ਉੱਪਰ ਲਿਖ ਕੇ ਆਓ, ਪਰਚੀ ਬਣਾ ਕੇ ਲਗਾ ਕੇ ਆਓ, ਸੈਲਫ ਸਟੇਬਲ, ਤਾਂ ਕਿ ਤੁਹਾਡੇ ਘਰਦਿਆਂ ਨੂੰ ਵੀ ਲੱਗੇ ਵੀ ਮੇਰੇ ਬੱਚੇ ਨੂੰ ਇੰਨੀ ਨੌਲੇਜ ਹੈ ਔਰ ਉਹ ਬੱਚੇ ਪੇਰੈਂਟਸ ਨੂੰ ਵੀ ਦੱਸ ਰਹੇ। ਤਾਂ ਜਿਵੇਂ ਅਨਾਜ, ਗ੍ਰੇਨਸ ਕੀ ਹੁੰਦੇ ਆ ਸਟੂਡੈਂਟਸ, ਅਨਾਜ। ਵੈਰੀ ਗੁੱਡ। ਤਾਂ ਸਾਰੇ ਸਟੂਡੈਂਟ ਚਾਹੇ ਹੁਣੀ ਪੌਜ਼ ਕਰਕੇ ਸੈਲਫ, ਸੱਸੇ ਨੂੰ ਦਲਾਵਾਂ ਲੱਲਾ ਫੱਫਾ, ਸੈਲਫ ਸਟੇਬਲ ਲਿਖ ਕੇ ਆਓ, ਕਣਕ ਵਾਲੇ ਢੋਲ 'ਤੇ ਪਰਚੀ ਲਗਾਇਓ। ਠੀਕ ਹੈ ਸਟੂਡੈਂਟਸ। ਅਗਲਾ ਦੇਖੋ, ਅਗਲੀ ਜਿਹੜੀ ਮੈਂ ਤੁਹਾਨੂੰ ਪਿਕਚਰਸ ਬਣਾ ਕੇ ਦਿਖਾ ਰਹੀ ਹਾਂ, ਜਿਹੜੀ ਕਿ ਪਿਕਚਰ ਮੈਂ ਲਗਾਈ ਹੈ, ਠੀਕ, ਉਸ ਦੇ ਵਿੱਚ ਵੀ ਮੈਂ ਵੀ ਤੁਹਾਨੂੰ ਦਿਖਾਇਆ ਹੈਗਾ ਕਿ ਜਿਹੜੇ ਭੋਜਨ ਪਦਾਰਥ ਨੇ ਉਹਨੂੰ ਆਪਾਂ ਕੀ ਕਹਿੰਦੇ ਹਾਂ, ਫੂਡ ਪ੍ਰੋਸੈਸਿੰਗ। ਕੀ ਕਹਿੰਦੇ ਆ ਸਟੂਡੈਂਟ, ਕਿਉਂਕਿ ਆਪਣਾ ਟੌਪਿਕ ਕੀ ਹੈ, ਫੂਡ ਪ੍ਰੋਸੈਸਿੰਗ। ਫੂਡ ਪ੍ਰੋਸੈਸਿੰਗ any variety of operation by which raw food stuffs are made suitable consuming, cooking or storage। ਫੂਡ ਪ੍ਰੋਸੈਸਿੰਗ ਕਿਦੋਂ, ਜਦੋਂ ਬਹੁਤ ਸਾਰੇ ਭੋਜਨ ਪਦਾਰਥਾਂ ਨੂੰ, ਵੈਰਾਈਟੀ ਵੱਖ-ਵੱਖ ਤਰ੍ਹਾਂ ਦੀ, ਆਪਰੇਸ਼ਨ ਕੀ ਪ੍ਰਕਿਰਿਆ ਰਾਹੀਂ ਕੱਚੇ ਭੋਜਨ ਪਦਾਰਥਾਂ ਨੂੰ ਤਿਆਰ ਕੀਤਾ ਜਾਂਦਾ ਹੈ, ਵਰਤਨਯੋਗ ਬਣਾਉਣ ਲਈ, ਕਿਸ ਵਾਸਤੇ, ਕੁਕਿੰਗ ਵਾਸਤੇ, ਪਕਾਉਣ ਲਈ, ਅਤੇ ਉਹਨਾਂ ਦੀ ਸਾਂਭ ਸੰਭਾਲ ਕਰਕੇ ਸੰਭਾਲ ਕੇ ਰੱਖਣ ਲਈ, ਉਹਨੂੰ ਕੀ ਕਿਹਾ ਜਾਂਦਾ ਹੈ, ਫੂਡ ਪ੍ਰੋਸੈਸਿੰਗ। ਸਟੂਡੈਂਟ ਠੀਕ ਹੈ ਜੀ। ਅਗਲਾ ਦੇਖੋ, ਅਗਲਾ ਮੈਨੇ ਜਿਹੜੀ ਤੁਹਾਨੂੰ ਦਿਖਾਇਆ ਗਿਆ ਹੈਗਾ, ਜਿਹੜਾ ਤੁਸੀਂ ਪੈਰੀਸ਼ੀਏਬਲ ਇਹ ਪਿਕਚਰ ਹੈ, ਇਹ ਕਿਹੜੀ ਹੈ, ਸੈਮੀ ਪੈਰੀਸ਼ੀਏਬਲ, ਜਿਹੜੇ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਜਿਹੜੇ ਕੁਝ ਹਲਕੇ ਦਿਨਾਂ ਤੱਕ ਖਰਾਬ ਹੁੰਦੇ ਹਨ, ਉਹ ਕੀ ਬਣਦਾ ਹੈਗਾ, ਪੈਰੀਸ਼ੇਬਲ। ਤਾਂ ਪੈਰੀਸ਼ੇਬਲ, ਸੈਮੀ ਪੈਰੀਸ਼ੇਬਲ ਤੋਂ ਹੀ ਤਿਆਰ ਕੀਤੇ ਜਾਂਦੇ ਨੇ ਪ੍ਰੋਸੈਸਡ ਫੂਡ, ਜਿਹੜੇ ਕਿ ਬਹੁਤ ਸਾਰੀਆਂ ਪਿਕਚਰਸ ਦਿਖਾਈਆਂ ਹੋਈਆਂ ਨੇ। ਹੁਣ ਆਪਾਂ ਪ੍ਰੋਸੈਸਡ ਫੂਡ ਦੀ ਡੈਫੀਨੇਸ਼ਨ ਦੇਖਦੇ ਹਾਂ ਕੀ ਹੁੰਦਾ। ਪ੍ਰੋਸੈਸਡ ਫੂਡ is a food item that has had a series of mechanical or chemical operation performed on its change or preserve। ਭੋਜਨ ਪਦਾਰਥਾਂ ਦੀ
ਅਜਿਹੀ ਇੱਕ ਸੀਰੀਜ਼ ਜਿਨ੍ਹਾਂ ਨੂੰ ਕਿਸੇ ਖਾਸ ਤਰੀਕੇ ਨਾਲ ਅਤੇ ਖਾਸ ਰਸਾਇਣਾਂ ਨਾਲ ਤਿਆਰ ਕਰਕੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ ਹੈ, ਉਹਨਾਂ ਭੋਜਨ ਪਦਾਰਥਾਂ ਨੂੰ ਇੱਕ ਖਾਸ ਕਿਸਮ ਦੇ ਬੈਗ ਜਾਂ ਬਾਕਸ ਦੇ ਵਿੱਚ ਬੰਦ ਕਰਕੇ ਉਹਦੇ ਉੱਪਰ ਕੀ ਬਣਾ ਦਿੱਤਾ ਜਾਂਦਾ, ਲਿਸਟ ਬਣਾ ਦਿੱਤੀ ਜਾਂਦੀ ਹੈ, ਜਿਹੜੇ ਕਿ ਉਹਦੇ ਵਿੱਚ ਸਮਾਨ ਪਾਇਆ ਗਿਆ, ਇਨਗਰੀਡੀਐਂਟਸ ਪਾਏ ਗਏ ਨੇਗੇ, ਉਹਨਾਂ ਦੀ ਲਿਸਟ ਤਿਆਰ ਕਰਕੇ ਉਸਨੂੰ ਟਾਈਪ ਕਰਕੇ ਉੱਪਰ ਚਿਪਕਾ ਦਿੱਤਾ ਜਾਂਦਾ ਹੈ ਤਾਂ ਕਿ ਇੱਕ ਉਪਭੋਗਤਾ ਉਸ ਨੂੰ ਦੇਖ ਸਕੇ। ਕਿਉਂਕਿ ਸਟੂਡੈਂਟਸ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਖਾ ਰਹੇ ਹਾਂ ਉਹ ਸਾਨੂੰ ਪਤਾ ਹੋਵੇ ਕਿ ਅਸੀਂ ਭੋਜਨ ਪਦਾਰਥ ਕਿਹੜਾ ਖਾ ਰਹੇ ਹਾਂ, ਉਹਦੇ ਵਿੱਚ ਕੀ ਹੈ। ਠੀਕ ਹੈ, ਤਾਂ ਸਟੂਡੈਂਟ ਤੁਹਾਨੂੰ ਆਪਣੇ ਆਪ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਮੈਂ ਜਿਹੜਾ ਭੋਜਨ ਪਦਾਰਥ ਖਾ ਰਿਹਾ ਉਹਦੀ ਕਿੰਨੀ ਮਿਆਦ ਹੈ, ਉਹ ਕਿੰਨੀ ਦੇਰ ਤੱਕ ਰਹਿ ਸਕਦਾ, ਤਾਂ ਡੱਬੇ ਦੇ ਉੱਪਰ ਲਿਖਿਆ ਹੋਇਆ ਹੁੰਦਾ। ਤਾਂ ਫੂਡ ਪ੍ਰੋਸੈਸਿੰਗ ਦੀ ਡੈਫੀਨੇਸ਼ਨ WHO ਦੇ ਅਨੁਸਾਰ, W ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ ਸਿਹਤ ਸੰਗਠਨ, ਦਿਸ ਐਕਸ਼ਨ ਆਫ ਪਰਫੋਰਮਿੰਗ, ਕੀ ਆ ਗਿਆ ਸਟੂਡੈਂਟਸ, ਦਿਸ ਪ੍ਰੋਸੈਸ ਕਿੱਥੋਂ ਸਟਾਰਟ ਹੁੰਦੀ, WHO ਦੇ ਅਨੁਸਾਰ। WHO ਕਹਿੰਦਾ ਹੈ ਵੀ ਇੱਕ ਅਜਿਹੀ ਮਕੈਨੀਕਲ ਅਤੇ ਕੈਮੀਕਲਸ ਦੇ ਰਾਹੀਂ ਤਿਆਰ ਕੀਤੀ ਗਈ ਪ੍ਰਕਿਰਿਆ ਜਿਸ ਰਾਹੀਂ ਵਿਅਕਤੀ ਨੂੰ ਸਹੀ ਤਰੀਕੇ ਦੇ ਵਿੱਚ ਭੋਜਨ ਪਦਾਰਥ ਮਿਲ ਸਕੇ, ਆਰਡਰ ਟੂ ਚੇਂਜ ਔਰ ਪ੍ਰੀਜ਼ਰਵ ਇਟ। ਹੁਣ ਦੂਸਰੀ ਪਰਿਭਾਸ਼ਾ ਸਟੂਡੈਂਟਸ ICMR। ICMR ਕੀ ਹੈ, ਇੰਡੀਅਨ ਕਾਉਂਸਿਲ ਮੈਡੀਕਲ ਰਿਸਰਚ। ਸਟੂਡੈਂਟਸ ਇਹ ਭੋਜਨ ਪਦਾਰਥਾਂ ਲਈ ਨਾ ਇੱਕ ਮਿਆਰ ਤਿਆਰ ਕਰਦਾ। ਕੀ ਕਹਿੰਦਾ ਵੀ ਜਦੋਂ ਭੋਜਨ ਪਦਾਰਥਾਂ ਨੂੰ ਤੁਸੀਂ ਬੀਜਦੇ ਹੋ, ਫਿਰ ਉਹਦੀ ਖੇਤੀ ਕੀਤੀ ਜਾਂਦੀ ਹੈ, ਫਿਰ ਸਮੇਂ ਸਮੇਂ 'ਤੇ ਉਹਨੂੰ ਕੱਟ ਲਾਏ ਜਾਂਦੇ ਹਨ ਜਾਂ ਉਸਨੂੰ ਪਕਾਉਣ ਤੱਕ ਜਿਹੜੀ ਪਰਫੋਰਮੈਂਸ ਨੂੰ ਕੀਤਾ ਜਾਂਦਾ, ਜਿਵੇਂ ਕਿ ਲਿਖਦਾ ਟਰਾਂਸਮਿਸ਼ਨ, ਉਹ ਸਾਰੀ ਪ੍ਰਕਿਰਿਆ ਦਾ ਟਰਾਂਸਮਿਸ਼ਨ ਕਿੱਥੋਂ, ਐਗਰੀਕਲਚਰ ਲੈਵਲ ਤੋਂ ਲੈ ਕੇ ਅਖੀਰਲੇ ਪੜਾਅ ਤੱਕ ਕੀਤੀ ਜਾਂਦੀ ਹੈ। ਉਹਨਾਂ ਸਾਰੇ ਭੋਜਨ ਪਦਾਰਥਾਂ ਨੂੰ ਇੱਕ ਲੈਵਲ ਤੱਕ ਤਿਆਰ ਕਰਕੇ ਅਗਲੇ ਭੋਜਨ ਪਦਾਰਥਾਂ ਲਈ ਤਿਆਰ ਕੀਤਾ ਜਾਂਦਾ। ਜਿਵੇਂ ਕਿ ਪਹਿਲਾਂ ਅਨਾਜ ਉਗਾਏ ਜਾਂਦੇ ਨੇ, ਫਿਰ ਅਨਾਜ ਦੀ ਕੁਆਲਿਟੀ ਦੱਸਦੀ ਹੈ, ਫਿਰ ਉਸ ਨੂੰ ਇੱਕ ਆਟੇ ਦੇ ਫਾਰਮ ਦੇ ਵਿੱਚ ਕੰਪਨੀ ਦੁਬਾਰਾ ਤਿਆਰ ਕਰਕੇ ਪੈਕ ਕੀਤਾ ਜਾਂਦਾ। ਕਿਹਦੇ ਵਾਸਤੇ, ਕਨਵੇ ਫੂਡ। ਤਾਂ ਸਟੂਡੈਂਟਸ ਜਦੋਂ ਤੁਸੀਂ ਇਸ ਨੂੰ ਸਮਝੋਗੇ ਫਿਰ ਤੁਹਾਨੂੰ ਸਮਝ ਆਊਗਾ ਕਿ ਵੀ ਮੈਂ ਕੀ ਕਹਿਣਾ ਚਾਹੁੰਦੀ ਹਾਂ। ਦੋ ਡੈਫੀਨੇਸ਼ਨਸ ਤੁਸੀਂ ਕੀਤੀਆਂ ਨੇਗੀਆਂ, ਇੱਕ ICMR ਦੀ ਅਤੇ ਦੂਸਰੀ WHO ਦੀ। ICMR ਨੇ ਸਟੂਡੈਂਟਸ ਇੱਕ ਹੋਰ ਨਵੀਂ ਟਰਮ ਦਿੱਤੀ, DF ਕਹਿੰਦਾ, ਜਿਹਦੇ ਵਿੱਚ ਡਾਈਟਰੀ ਫਾਈਬਰਸ, ਜਿਹੜੇ ਸਾਡੇ ਭੋਜਨ ਪਦਾਰਥ ਦੇ ਵਿੱਚ ਕਾਰਬੋਹਾਈਡਰੇਟਸ ਹੈ, ਪ੍ਰੋਟੀਨਸ ਹੈ, ਫੈਟਸ ਹੈ, ਕਈ ਟਾਈਮ ਇਹ ਕੀ ਹੋ ਜਾਂਦੇ ਨੇ, ਅਨਪਚਾਏਬਲ ਰਹਿ ਜਾਂਦੇ, ਇਨਡਾਈਜੈਸਟੇਬਲ। ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਜਦੋਂ ਖਾ ਲੈਂਦੇ ਹਾਂ, ਕਈ ਵਾਰ ਉਹ ਸਾਨੂੰ ਕੀ ਕਰਦੇ ਨੇ, ਮੁਸ਼ਕਿਲ ਪੈਦਾ ਕਰਦੀਆਂ ਨੇ, ਉਹਨੂੰ ਇਨਡਾਈਜੈਸਟੇਬਲ, ਜਿਹਨੂੰ ਨਾ ਪਚਾਉਣ ਯੋਗ। ਤਾਂ ਉਸ ਸਮੇਂ 'ਤੇ ਸਾਡੇ ਅੰਦਰ ਜੇ ਡਾਈਟਰੀ ਫਾਈਬਰ ਹੋਣ, ਮਤਲਬ ਰਫੇਜ ਹੋਵੇ, ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, DF। ਤਾਂ ICMR ਕਹਿੰਦਾ ਸਾਡੇ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤਾਂ ਦੇ ਵਿੱਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਨੇ, ਕਾਰਬੋਹਾਈਡਰੇਟਸ, ਫੈਟਸ, ਪ੍ਰੋਟੀਨਸ। ਤਾਂ ਉਹਨਾਂ ਨਾਲ ਸਾਨੂੰ ਹੋਰ ਕੀ ਲੈਣਾ ਚਾਹੀਦਾ ਹੈ, ਡਾਈਟਰੀ ਫਾਈਬਰ। ਡੱਡੇ ਨਾਲ ਲਿਖ ਲਓ ਸਟੂਡੈਂਟਸ, ਡਾਈਟਰੀ ਫਾਈਬਰ। ਠੀਕ ਹੈ ਸਟੂਡੈਂਟਸ, ਤਾਂ 3 ਡੈਫੀਨੇਸ਼ਨਸ ਪੜ੍ਹ ਲਈ। ਹੁਣ ਦੇਖੋ, ਹੁਣ ਮੈਂ ਕੀ ਪੜ੍ਹਾਉਣ ਲੱਗੀ ਹਾਂ, ਟਾਈਪਸ ਆਫ ਫੂਡ ਪ੍ਰੋਸੈਸਿੰਗ। ਟਾਈਪਸ ਆਫ ਫੂਡ ਪ੍ਰੋਸੈਸਿੰਗ, ਪਹਿਲੀ ਫੂਡ ਪ੍ਰੋਸੈਸਿੰਗ ਦੀ ਕੀ ਹੈ, ਪ੍ਰਾਇਮਰੀ। ਕਿਹੜੀ ਹੈ ਸਟੂਡੈਂਟਸ, ਪ੍ਰਾਇਮਰੀ। ਪ੍ਰਾਇਮਰੀ ਕੀ ਹੁੰਦੀ ਹੈ, ਪਹਿਲੇ ਦਰਜੇ ਦੀ। ਪ੍ਰਾਇਮਰੀ ਕਿਹੜੀ ਹੁੰਦੀ ਹੈ, ਪਹਿਲੇ ਦਰਜੇ ਦੀ। ਸੈਕੰਡਰੀ, ਦੂਜੇ ਦਰਜੇ ਦੀ। ਟਰਸਰੀ, ਤੀਜੇ ਦਰਜੇ ਦੀ। ਪ੍ਰਾਇਮਰੀ ਪ੍ਰੋਸੈਸ which turns agriculture product such as raw material into something that can eventually be eaten। ਜਦੋਂ ਸਟੂਡੈਂਟਸ ਆਪਣੀ ਭੋਜਨ ਪਦਾਰਥ ਪਹਿਲਾਂ ਖੇਤ ਵਿੱਚ ਪੱਕ ਰਹੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੰਡੀ ਵਿੱਚ ਸੁੱਟਿਆ ਜਾਂਦਾ, ਫਿਰ ਉਸ ਨੂੰ ਗੌਰਮੈਂਟ ਲੈਂਦੀ ਹੈ ਅਤੇ ਫਿਰ ਉਸ ਨੂੰ ਇੰਡਸਟਰੀਜ਼ ਸਾਡੇ ਖਾਣ ਯੋਗ ਤੱਕ
ਤਿਆਰ ਕਰਕੇ ਭੇਜਦੇ ਹਨ ਤਾਂ ਉਹ ਕਿਹੜੀ ਹੋਗੀ ਸਟੂਡੈਂਟਸ ਪ੍ਰਾਇਮਰੀ process. Secondary process is conversion of ingredients into edible products. This involve combining foods in particular way to change properties. ਬਿਲਕੁਲ ਸਹੀ ਹੈ ਸਟੂਡੈਂਟ। ਦੂਜੇ ਦਰਜੇ ਦੀ ਪਹਿਲਾਂ ਤਾਂ ਕੁਝ ਜਿਵੇਂ ਸਾਡੇ ਕੋਲੇ ਕਣਕ ਹੈ ਸਟੂਡੈਂਟਸ, ਸਾਡੇ ਕਣਕ ਸਾਡੇ ਮੰਡੀ ਤੋਂ ਸਿੱਧੀ ਸਾਡੇ ਕੋਲੇ ਗਵਰਨਮੈਂਟ ਦੇ ਹੁੰਦੇ ਹੋਏ ਥਰੂ ਹੁੰਦੇ ਹੋਏ ਸਾਡੇ ਘਰ ਆ ਜਾਂਦੀ ਹੈ। ਪਰ ਬਹੁਤ ਸਾਰੇ ਚਾਵਲ ਸਾਡੇ ਘਰ ਸਿੱਧੇ ਨਹੀਂ ਨਾ ਆਉਂਦੇ ਸਟੂਡੈਂਟਸ, ਠੀਕ ਹੈ। ਜੀਰੀ ਹੁੰਦੀ ਹੈ, ਜੀਰੀ ਦੀ ਬਹੁਤ ਸਾਰੀਆਂ ਦੀਆਂ ਪ੍ਰੋਸੈਸ ਕ੍ਰਾਸ ਕਰਕੇ ਫਿਰ ਉਸ ਦਾ ਛਿਲਕਾ, ਫਿਰ ਉਸ ਦੀ ਹੋਰ ਪੋਲਿਸ਼ ਕਰਕੇ ਫਿਰ ਸਾਡੇ ਘਰ ਪਹੁੰਚਦੇ ਹੈਗੇ ਨੇ ਚਾਵਲ। ਤਾਂ ਉਹ ਵੀ ਅਲੱਗ-ਅਲੱਗ ਤਰ੍ਹਾਂ ਦੇ ਕਿੰਨੇ ਟਾਈਪਸ, ਕਿੰਨੀ ਤਰ੍ਹਾਂ ਦੀ ਬਾਸਮਤੀ, ਖੁੱਲੇ, ਮੋਟੇ, ਬਰੀਕ, ਉਸ ਤੋਂ ਬਰੀਕ। ਤਾਂ ਉਹ ਸਾਰੀ ਪ੍ਰੋਸੈਸ ਕਿਹੜੀ ਹੁੰਦੀ ਹੈ ਸਟੂਡੈਂਟਸ ਸੈਕੰਡਰੀ। ਤਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ ਐਗਜ਼ਾਮਪਲਸ ਮੈਂ ਚਾਹਾਂਗੀ ਕਿ ਤੁਸੀਂ ਕਮੈਂਟ ਬਾਕਸ 'ਚ ਲਿਖੋ ਸੈਕੰਡਰੀ ਦੀਆਂ ਕਿਹੜੀਆਂ ਹੋਰ ਟਾਈਪਸ ਨੇਗੀਆਂ, ਐਗਜ਼ਾਮਪਲਸ ਨੇ ਜਿਹੜੇ ਕਿ ਤੁਸੀਂ ਸਮਝ ਸਕਦੇ ਹੋ ਕਿ ਪ੍ਰਾਇਮਰੀ ਦੀ ਕਿਹੜੀ, ਸੈਕੰਡਰੀ ਦੀ ਕਿਹੜੀਆਂ ਐਗਜ਼ਾਮਪਲਸ ਨੇ, ਠੀਕ ਹੈ। ਕਿਉਂਕਿ ਇਹ ਮੈਂ ਬਾਰ-ਬਾਰ ਦੱਸ ਰਹੀ ਹਾਂ ਕਿਉਂਕਿ ਜਿਹੜਾ ਹੁਣ ਕਿਊਜ਼ ਪ੍ਰੋਗਰਾਮ ਸਾਡੇ ਔਨਲਾਈਨ ਸਾਡੇ ਕਿਊਜ਼ ਹੋਣੇ ਨੇ ਪੜ੍ਹੋ ਪੰਜਾਬ ਤਹਿਤ, ਤਾਂ ਉਹ ਤੋਂ ਇਹ ਕੁਐਸਚਨਸ ਪਾਏ ਜਾਣਗੇ ਸਟੂਡੈਂਟਸ ਕਿ ਹੇਠ ਲਿਖੇ ਕਿਹੜੇ ਭੋਜਨ ਪਦਾਰਥ ਸੈਕੰਡਰੀ ਪ੍ਰੋਸੈਸ ਦੇ ਹਨ ਅਤੇ ਕਿਹੜੇ ਪ੍ਰੋਸੈਸ ਪ੍ਰਾਇਮਰੀ ਦੇ ਹਨ। ਟਰਸਰੀ ਪ੍ਰੋਸੈਸ ਪੜ੍ਹਾਉਣ ਲੱਗੀ ਹਾਂ ਸਟੂਡੈਂਟਸ, ਤੀਜੇ ਦਰਜੇ ਦੀ। ਇਹ ਕੀ ਬਣਦਾ ਕਮਰਸ਼ੀਅਲ ਤੌਰ 'ਤੇ। ਕਮਰਸ਼ੀਅਲ ਕੀ ਹੁੰਦਾ ਸਟੂਡੈਂਟਸ, ਜਦੋਂ ਆਪਾਂ ਭੋਜਨ ਪਦਾਰਥਾਂ ਦਾ ਵੱਡੇ ਤੌਰ 'ਤੇ ਵਪਾਰ ਕਰਨਾ। ਵਪਾਰ ਕਿਉਂ ਕਰਦੇ ਹਾਂ? ਦੇਖੋ ਚੀਜ਼ਾਂ ਵਿਕਦੀਆਂ ਹੀ ਹੁੰਦੀਆਂ ਨੇ, ਵਿਕਣ ਤੋਂ ਬਾਅਦ ਉਹਨਾਂ ਦੀ ਡਿਮਾਂਡ ਕਿੰਨੀ ਹੋਰ ਵੱਧ ਸਕਦੀ ਹੈ। ਜਿਹੜੀ ਚੀਜ਼ ਆਮ ਲੋਕਾਂ ਨੂੰ ਪਸੰਦ ਆ ਜੇ ਉਸ ਦਾ ਰੇਟ ਕਿੰਨਾ ਹੈ, ਉਸ ਦਾ ਕਲਰ ਕਿਹੋ ਜਿਹਾ, ਉਹਦੀ ਐਡਵਰਟਾਈਜ਼ਮੈਂਟ ਕੌਣ ਕਰ ਰਿਹਾ ਹੈ, ਅਤੇ ਸਾਰਾ ਕੌਣ ਹਿੱਸਾ ਆਉਂਦਾ ਟਰਸਰੀ ਸਟੂਡੈਂਟਸ। ਜਿਵੇਂ ਇਹ 'ਚ ਕੀ ਆਉਂਦੇ ਨੇ ਭੋਜਨ ਕਿਹੜੇ ਪਦਾਰਥ ਆਉਂਦੇ ਨੇ ਰੈਡੀ ਟੂ ਈਟ, ਹੀਟ ਐਂਡ ਸਰਵ ਫੂਡਸ, ਇੱਕ ਰੀਹੀਟਡ 에ਅਰਲਾਈਨ ਮੀਲਸ, ਟੀਵੀ ਡਿਨਰ। ਤੁਸੀਂ ਬੜੇ ਹੱਸਦੇ ਹੋਗੇ ਵੀ ਆਹ ਕੀ ਲਿਖਿਆ ਮੈਡਮ ਜੀ ਟੀਵੀ ਡਿਨਰ, ਹੈ ਨਾ, ਰੀਹੀਟਡ 에ਅਰਲਾਈਨ ਮੀਲਸ। ਤਾਂ ਸਟੂਡੈਂਟ ਟਰਸਰੀ ਤੀਜੇ ਦਰਜੇ ਦੇ ਉਹ ਭੋਜਨ ਪਦਾਰਥ ਜਿਨ੍ਹਾਂ ਨੂੰ ਵਪਾਰਕ ਤੌਰ 'ਤੇ ਕੁਝ ਖਾਸ ਵੱਡੀਆਂ ਪ੍ਰੋਸੈਸ ਦੇ ਵਿੱਚ ਦੀ ਗੁਜ਼ਾਰ ਕੇ ਤਿਆਰ ਕੀਤਾ ਜਾਂਦਾ ਹੈ। ਜਿਵੇਂ ਕਿ ਰੈਡੀ ਟੂ ਈਟ ਤੁਹਾਡੀ ਕੀ ਹੁੰਦੀ ਹੈ ਮੈਗੀ, ਈਟ ਵਾਲਿਆਂ ਦੀਆਂ ਤੁਸੀਂ ਰੈਡੀ ਟੂ ਈਟ ਸਬਜ਼ੀਆਂ ਦੇਖੀਆਂ ਸਟੂਡੈਂਟ ਬੰਦ ਡੱਬੇ ਵਾਲੀਆਂ, ਜਿਨ੍ਹਾਂ ਨੂੰ ਸਿਰਫ ਗਰਮ ਪਾਣੀ ਪਾਓ ਅਤੇ ਤੁਹਾਡੇ ਕੋਲ ਤਰ੍ਹਾਂ ਦੀਆਂ ਸਬਜ਼ੀਆਂ, ਹਰ ਤਰ੍ਹਾਂ ਦੀ ਸਬਜ਼ੀ ਤੁਹਾਡੇ ਪਲੇਟ ਦੇ ਵਿੱਚ ਹੋਵੇਗੀ। ਉਹ ਟੀਵੀ ਡਿਨਰਸ ਦਾ ਮਤਲਬ ਵੀ ਸਟੂਡੈਂਟਸ ਇਹੀ ਹੈ ਕਿ ਜਿਹੜੀਆਂ ਤੁਹਾਡੀਆਂ ਤੁਸੀਂ ਡਿਨਰ ਕਰਦੇ ਹੋ, ਖਾਣਾ ਖਾ ਰਹੇ ਹੋ, ਠੀਕ ਹੈ, ਉਹਨੂੰ ਤੁਸੀਂ ਆਪਣੇ ਟੇਬਲ 'ਤੇ ਸਿੱਧੇ ਤੌਰ 'ਤੇ ਲੈ ਕੇ ਆਓ ਖਾਣ ਵਾਸਤੇ। ਅਤੇ ਏਅਰ ਹੋਸਟ ਜਿਹੜੇ ਤੁਹਾਨੂੰ ਪਰੋਸ ਕੇ ਦਿੰਦੇ ਹੈਗੇ ਨੇ, ਠੀਕ ਹੈ, ਉਹ ਹੁੰਦੇ ਨੇ ਰੀਹੀਟਡ, ਜਿਹਨੂੰ ਦੁਬਾਰਾ ਗਰਮ ਕਰਕੇ ਫਿਰ ਰੈਡੀ ਕੀਤਾ ਜਾਂਦਾ ਹੈ। ਉਹ ਕਿਹੜੇ ਦਰਜੇ ਦੇ ਨੇ ਤੀਸਰੇ ਦਰਜੇ ਦੇ ਸਟੂਡੈਂਟਸ, ਠੀਕ ਹੈ। ਤਾਂ ਬਹੁਤ ਜ਼ਰੂਰੀ ਚੀਜ਼ ਹੈ, ਮੈਂ ਇਸ ਨੂੰ ਫਲੋ ਚਾਰਟ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਤੁਹਾਡੇ ਕੋਲ ਪਹਿਲੀ ਆਹ ਲਿਖਿਆ ਅਨਪ੍ਰੋਸੈਸਡ ਫੂਡਸ, ਜਦੋਂ ਸਟੂਡੈਂਟਸ ਖੇਤ ਵਿੱਚ ਸਮਾਨ ਤਿਆਰ ਹੋ ਰਿਹਾ ਹੈ, ਪੱਕ ਰਿਹਾ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਦੂਸਰੀ ਪ੍ਰੋਸੈਸ ਦੇ ਵਿੱਚ ਮੈंने ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿਹੜਾ ਹੈਗਾ ਸਟੂਡੈਂਟਸ ਮਿਨੀਮਲ ਪ੍ਰੋਸੈਸਡ ਫੂਡ, ਜਦੋਂ ਆਪਾਂ ਨੂੰ ਭੋਜਨ ਪਦਾਰਥ ਨੂੰ ਮਾਰਕੀਟ ਦੇ ਵਿੱਚ ਆਮ ਲੋਕਾਂ ਦੇ ਕੋਲੇ ਜਾਣਾ ਸ਼ੁਰੂ ਹੋ ਜਾਂਦਾ। ਫਿਰ ਉਸ ਤੋਂ ਬਾਅਦ ਜਦੋਂ ਇਹੀ ਭੋਜਨ ਪਦਾਰਥਾਂ ਨੂੰ ਕੰਪਨੀ ਦੁਆਰਾ ਉਸ ਨੂੰ ਇਨਗਰੀਡੀਐਂਟਸ ਦੀ ਸੂਚੀ ਤਿਆਰ ਕਰਕੇ ਨਾਲ ਚਿਪਕਾਈ ਜਾਂਦੀ ਹੈ, ਤਾਂ ਫਿਰ ਉਹ ਉਹਨਾਂ ਦਾ ਇੱਕ ਹੋਰ ਮਿਆਦ ਵੱਧ ਜਾਂਦੀ ਹੈ। ਜਿਵੇਂ ਆਪਾਂ ਕਈ ਵਾਰ ਕੀ ਕਹਿੰਦੇ ਹਾਂ ਕਿ ਇਹ ਸਮਾਨ ਅਸੀਂ ਖੁੱਲ੍ਹਾ ਲੈ ਕੇ ਆਏ ਹਾਂ, ਇਹ ਸਮਾਨ ਕੀ ਹੈ ਕੰਪਨੀ ਵਾਲਾ ਹੈ। ਉਸ ਜਿਹੜਾ ਕੰਪਨੀ ਵਾਲਾ ਸਮਾਨ ਹੋਵੇਗਾ ਉਹਦਾ ਬੰਦ ਡੱਬਾ ਹੋਵੇਗਾ ਸਟੂਡੈਂਟਸ, ਉਹਦੇ ਉੱਪਰ ਡੇਟ ਲਿਖੀ ਹੋਈ ਹੋਵੇਗੀ, ਉਹਦੇ ਉੱਪਰ ਕੀ ਕਹਿੰਦੇ ਨੇ ਇਨਗਰੀਡੀਐਂਟਸ ਲਿਖੇ ਹੋਣਗੇ, ਮਤਲਬ ਮਾਨਕਾਂ ਦੀ ਸੂਚੀ ਲਿਖੀ ਹੋਵੇਗੀ। ਲੇਕਿਨ ਜਿਹੜਾ ਖੁੱਲ੍ਹਾ ਸਮਾਨ ਹੋਊਗਾ ਉਹਦੇ 'ਤੇ ਅਜਿਹਾ ਕੁਛ ਨਹੀਂ ਹੋਵੇਗਾ। ਤਾਂ ਇਹ ਸੈਕੰਡਰੀ ਦੇ ਦੂਸਰੇ ਪੜਾਅ ਨੂੰ ਅਸੀਂ ਕ੍ਰਾਸ ਕਰ ਲਿਆ। ਜਦੋਂ ਟਰਸਰੀ 'ਚ ਪਹੁੰਚਾਂਗੇ, ਟਰਸਰੀ ਉਹ ਜਿਹੜਾ ਬੰਦ ਪੈਕਟਸ ਦੇ ਵਿੱਚ ਸਮਾਨ ਹੈ, ਕਿਸੇ ਖਾਸ ਟੈਕਨੀਕ ਰਾਹੀਂ ਉਸ ਨੂੰ ਪੈਕ ਕੀਤਾ ਹੋਇਆ ਹੈਗਾ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਅਲਟਰਾ, ਉਸ ਵਿੱਚ ਅਲਟਰਾ ਪ੍ਰੋਸੈਸਿੰਗ ਕੀਤੀ ਹੋਈ ਹੈ ਤਾਂ ਕਿ ਸਾਡੇ ਉਸ ਨੂੰ ਦੂਜੇ ਖਾਣੇ ਨਾਲੋਂ ਉਹਨੂੰ ਵੱਖਰਾ ਬਣਾ ਦਿੱਤਾ ਜਾਵੇ ਅਤੇ ਉਸ ਦਾ ਵਪਾਰਕ ਪੱਧਰ 'ਤੇ ਅਸੀਂ ਜ਼ਿਆਦਾ ਯੂਜ਼ ਕਰ ਸਕੀਏ।
ਤਾਂ ਉਹ ਕਿਹੜਾ ਬਣ ਗਿਆ ਸਟੂਡੈਂਟਸ, ਅਲਟਰਾ ਪ੍ਰੋਸੈਸਡ ਮੀਨਸ ਤੀਸਰੇ ਦਰਜੇ ਦੀ। ਜਿੰਨੀ ਅਲਟਰਾ ਪ੍ਰੋਸੈਸਡ ਫੂਡ ਪ੍ਰੋਡਕਟ ਤਿਆਰ ਕੀਤੇ ਜਾਣਗੇ ਉਹ ਸਾਡੇ ਵਾਸਤੇ ਕੀ ਹੋਣਗੇ, ਫੂਡ ਸਿਊਟੇਬਲ ਫॉर ਕੰਜ਼ੰਪਸ਼ਨ। ਜਿਵੇਂ ਮੰਨ ਲਓ ਕਿ ਸਟੂਡੈਂਟਸ ਤੁਸੀਂ ਕੱਚ ਦੇ ਗਲਾਸ ਇੱਕ ਮਾਰਕੀਟ ਦੇ ਵਿੱਚੋਂ ਖਰੀਦ ਲਿਆ, ਠੀਕ ਹੈ, ਤਾਂ ਤੁਸੀਂ ਆਪਣੇ ਲਿਫਾਫੇ 'ਚ ਥੈਲੇ 'ਚ ਪਾ ਲਿਆ, ਲੇਕਿਨ ਇੱਕ ਤੁਸੀਂ ਬੰਦ ਡੱਬਾ ਖਰੀਦ ਕੇ ਲਿਆਏ ਹੋ ਜਿਹਦੇ ਵਿੱਚ ਖਾਸ ਤਰ੍ਹਾਂ ਦੀ ਪੈਕ ਕੀਤੀ ਹੋਈ ਹੈ, ਠੀਕ ਹੈ, ਤਾਂ ਉਹ ਤੁਹਾਨੂੰ ਜ਼ਿਆਦਾ ਥੋੜ੍ਹੇ ਮਹਿੰਗੇ ਵੀ ਮਿਲਣਗੇ ਪਰ ਉਹਦੀ ਸੇਫਟੀ ਹੈ, ਪਰ ਇਹਨਾਂ ਦੀ ਨਹੀਂ। ਤਾਂ ਸਟੂਡੈਂਟਸ ਇਹੀ ਭੋਜਨ ਪਦਾਰਥਾਂ ਦੇ ਵਿੱਚ ਹੈ। ਤਾਂ ਲਾਸਟ ਕਿਹੜਾ, ਫੂਡ ਸਿਊਟੇਬਲ ਕੰਜ਼ੰਪਸ਼ਨ, ਕਿਹੜੇ, ਟਰਸਰੀ ਵਾਲੇ। ਤਾਂ ਪ੍ਰਾਇਮਰੀ, ਸੈਕੰਡਰੀ, ਠੀਕ ਹੈ, ਟਰਸਰੀ। ਤਾਂ ਤੁਸੀਂ ਬੜੇ ਆਰਾਮ ਨਾਲ ਪੌਜ਼ ਕਰਕੇ ਹੌਲੀ ਹੌਲੀ ਕਰਕੇ ਨਾ ਪੰਜਾਬੀ ਅਨੁਵਾਦ ਲਿਖ ਲਿਓ। ਆ ਤਾਂ ਮੈंने ਸਿਰਫ ਡਾਇਗਰਾਮਸ ਬਣਾਈਆਂ ਹੋਈਆਂ ਨੇਗੀਆਂ, ਤੁਸੀਂ ਫਲੋ ਚਾਰਟ ਪੂਰਾ ਵੀ ਬਣਾ ਸਕਦੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗੇ ਪੰਜਾਬੀ ਦੇ ਵਿੱਚ ਤੁਸੀਂ ਲਿਖ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਬਾਅਦ ਸਟੂਡੈਂਟਸ ਬਹੁਤ ਇੰਪੋਰਟੈਂਟ ਟੌਪਿਕ ਆ ਗਿਆ ਟੈਕਨੀਕਸ। ਇਹ ਸਾਰੇ ਭੋਜਨ ਪਦਾਰਥ ਸਪੈਸ਼ਲ ਕੋਈ ਖਾਸ ਟੈਕਨੀਕ ਵਾਰਾ ਯੂਜ਼ ਕੀਤੇ ਜਾਂਦੇ, ਬਿਲਕੁਲ ਯੂਜ਼ ਕੀਤੇ ਜਾਂਦੇ, ਉਹ ਹੈਗੀਆਂ ਟੈਕਨੀਕਸ। ਪਹਿਲੀ ਅਸੈਪਟਿਕ ਪੈਕਿੰਗ, ਇੱਕ ਅਜਿਹੀ ਪ੍ਰੋਸੈਸ ਜਿਸ ਨੂੰ ਜਰਮ ਰਹਿਤ ਕਰਕੇ, ਭੋਜਨ ਪਦਾਰਥ ਦੀ ਪੈਕਿੰਗ ਨੂੰ ਜਰਮ ਰਹਿਤ ਕਰਕੇ ਭੋਜਨ ਨੂੰ ਪੈਕ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਆ ਸਟੂਡੈਂਟਸ, ਅਸੈਪਟਿਕ ਪੈਕਿੰਗ। ਦੂਸਰਾ ਕੈਨਿੰਗ, ਕੈਨਿੰਗ ਡਿੱਬਾਬੰਦੀ, ਉਹ ਜਿਹੇ ਭੋਜਨ ਪਦਾਰਥਾਂ ਨੂੰ ਕਿਸੇ ਖਾਸ ਕਿਸਮ ਦੇ ਗਲਾਸ ਜਾਰ, ਕੱਚ ਦੇ ਬਰਤਨ ਵਿੱਚ ਜਾਂ ਕਿਸੇ ਮੈਟਲ ਦੇ ਕੈਨ ਵਿੱਚ ਤਿਆਰ ਕਰਕੇ ਪ੍ਰੀਜ਼ਰਵ ਕਰਕੇ ਬੰਦ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ, ਕੈਨਿੰਗ, ਡਿੱਬਾਬੰਦੀ। ਕੈਮੀਕਲ ਪ੍ਰੋਸੈਸਿੰਗ, ਰਸਾਇਣਾਂ ਦੁਆਰਾ ਤਿਆਰ ਕੀਤੀ ਗਈ ਪ੍ਰਕਿਰਿਆ। ਬਹੁਤ ਸਾਰੇ ਭੋਜਨ ਪਦਾਰਥ ਨੇ ਜਿਨ੍ਹਾਂ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਰਸਾਇਣ ਮਿਲਾ ਕੇ ਉਹਨਾਂ ਦੀ ਸਟਰਕਚਰ ਨੂੰ, ਉਹਨਾਂ ਦੇ ਮੋਲੀਕਿਊਲਸ ਨੂੰ ਉਸੇ ਪੋਜੀਸ਼ਨ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਕੁਝ ਦਿਨਾਂ ਜਾਂ ਹਫ਼ਤਿਆਂ ਜਾਂ ਮਹੀਨਿਆਂ ਤੱਕ ਕੀ ਕਰ ਸਕਦੇ ਹਾਂ, ਸੰਭਾਲ ਕੇ ਰੱਖ ਸਕਦੇ ਹਾਂ। ਉਸ ਟੈਕਨੀਕ ਨੂੰ ਕੀ ਕਹਿੰਦੇ ਨੇ, ਕੈਮੀਕਲ ਪ੍ਰੋਸੈਸਿੰਗ। ਅਗਲੀ ਪ੍ਰੋਸੈਸਿੰਗ ਕਰਿੰਗ, ਇਹ ਟੈਕਨੀਕ ਸਟੂਡੈਂਟਸ ਸਪੈਸ਼ਲੀ ਜਿਹੜੇ ਨੌਨ ਵੈਜ ਫੂਡ ਹੁੰਦੇ ਨੇ ਉਹਨਾਂ ਦੇ ਲਈ ਵਿੱਚ ਵਰਤੀ ਜਾਂਦੀ ਹੈ, ਜੋ ਕਿ ਸਾਡੇ ਹਿੰਦੁਸਤਾਨ ਵਿੱਚ ਘੱਟ ਪ੍ਰਚਲਿਤ ਹੈ, ਬਾਹਰਲੇ ਦੇਸ਼ਾਂ ਵਿੱਚ ਜ਼ਿਆਦਾ ਪ੍ਰਚਲਿਤ ਹੈ, ਤਾਂ ਇਹਨੂੰ ਕਹਿੰਦੇ ਨੇ ਕਰਿੰਗ। ਅਗਲੀ ਪ੍ਰੋਸੈਸ ਸਾਡੇ ਦੇਸ਼ ਵਿੱਚ ਬਹੁਤ ਵਰਤੀ ਜਾਂਦੀ ਹੈ, ਅਸੀਂ ਘਰਾਂ ਵਿੱਚ ਵੀ ਯੂਜ਼ ਕਰਦੇ ਹਾਂ, ਇਹ ਕਿਹੜੀ ਹੈ ਸਟੂਡੈਂਟਸ, ਡਰਾਇੰਗ। ਡਰਾਇੰਗ ਕੀ ਹੁੰਦੀ ਹੈ, ਲਿਖ ਲਓ ਸ਼ਬਦ, ਸੁਕਾਉਣਾ। ਇਹ ਇੱਕ ਅਜਿਹਾ ਮੈਥਡ ਜਿਹਦੇ ਵਿੱਚ ਭੋਜਨ ਪਦਾਰਥਾਂ ਦੇ ਵਿੱਚੋਂ ਪਾਣੀ ਦੀ ਨਮੀ ਨੂੰ ਖ਼ਤਮ ਕਰਕੇ, ਰਿਮੂਵ ਕਰਨਾ, ਖ਼ਤਮ ਕਰਨਾ, ਠੀਕ ਹੈ, ਪਾਣੀ ਨੂੰ ਖ਼ਤਮ ਕਰਕੇ ਅਤੇ ਉਸ ਭੋਜਨ ਪਦਾਰਥ ਨੂੰ ਪੂਰੀ ਚੰਗੀ ਤਰ੍ਹਾਂ ਕੀ ਕਰਨਾ ਹੈ, ਪ੍ਰੀਜ਼ਰਵ ਕਰਕੇ। ਕਿਹੜੀ ਪ੍ਰੋਸੈਸ ਰਾਹੀਂ ਸਟੂਡੈਂਟਸ, ਡਰਾਇੰਗ, ਠੀਕ ਹੈ ਜੀ, ਡਰਾਇੰਗ ਪ੍ਰੋਸੈਸ। ਅਗਲੀ ਪ੍ਰੋਸੈਸ ਦੇਖੋ, ਫਰਮੈਂਟੇਸ਼ਨ। ਫਰਮੈਂਟੇਸ਼ਨ ਕੀ ਚੀਜ਼ ਹੁੰਦੀ ਹੈ ਸਟੂਡੈਂਟਸ, ਖਮੀਰਨ ਪ੍ਰਕਿਰਿਆ। ਇਹ ਟੈਕਨੋਲੋਜੀ ਦੇ ਵਿੱਚ ਮਾਈਕਰੋ ਆਰਗੇਨਿਜ਼ਮ ਨੂੰ ਤੋੜ ਕੇ ਜਦੋਂ ਤੁਸੀਂ ਤਿਆਰ ਕਰਕੇ ਮਿਲਦੇ ਹੋ ਤਾਂ ਤੁਸੀਂ ਕੀ ਤਿਆਰ ਕਰਦੇ ਹੋ, ਉਸਨੂੰ ਫਰਮੈਂਟੇਸ਼ਨ। ਇਹਦੇ ਵਿੱਚ ਟੈਂਪਰੇਚਰ ਕਿੰਨਾ ਹੁੰਦਾ, 32 ਡਿਗਰੀ ਫਾਰਨਹਾਈਟ। ਅਗਲੀ ਪ੍ਰਕਿਰਿਆ ਸਟੂਡੈਂਟਸ ਤੁਸੀਂ ਨਹੀਂ ਸੁਣੀ ਹੋਊਗੀ, ਜਿਹੜੀ ਕਿ ਹੁਣ ਪ੍ਰਚਲਿਤ ਹੋ ਰਹੀ ਹੈ, ਰੇਡੀਏਸ਼ਨ। ਟੈਕਨੋਲੋਜੀ ਦੈਟ ਯੂਜ਼ ਗੈਮਾ ਰੇਜ਼ ਤੇ ਐਕਸ ਰੇਜ਼ ਟੂ ਕਿਲ ਮੋਸਟ ਮੋਲਡ ਐਂਡ ਬੈਕਟੀਰੀਆ ਦੈਟ ਮੇਨ ਫੂਡ। ਤੁਸੀਂ ਸਿਰਫ ਕੇਵਲ ਇਹ ਸੁਣਿਆ ਹੋਇਆ ਸਟੂਡੈਂਟਸ ਵੀ ਅੱਖਾਂ ਦਾ ਆਪਰੇਸ਼ਨ ਜਾਂ ਹੋਰ ਕਈ ਤਰ੍ਹਾਂ ਦੇ ਆਪਰੇਸ਼ਨ ਬਿਨਾਂ ਚੀਰ ਫਾੜ ਤੋਂ ਕੀਤਾ ਜਾਂਦਾ ਹੈ, ਤਾਂ ਉਹਨਾਂ ਭੋਜਨ ਪਦਾਰਥ, ਉਹਨਾਂ ਆਪਰੇਸ਼ਨਾਂ ਨੂੰ ਕਹਿੰਦੇ ਨੇ ਕਿਰਨਾਂ ਦੁਆਰਾ। ਤਾਂ ਸਟੂਡੈਂਟਸ ਹੁਣ ਬਹੁਤ ਸਾਰੇ ਭੋਜਨ ਪਦਾਰਥ ਕਿਰਨਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਕਿਉਂਕਿ ਮਨੁੱਖ ਚਾਹੁੰਦਾ ਹੈ ਕਿ ਜਿਹੜਾ ਉਹਦਾ ਭੋਜਨ ਪਦਾਰਥ ਹੈ ਪੂਰੀ ਚੰਗੀ ਤਰ੍ਹਾਂ ਕੀ ਹੋਵੇ, ਸੁਰੱਖਿਅਤ। ਜਿਵੇਂ ਕਿ ਅੱਜ ਕੱਲ੍ਹ ਕਰੋਨਾ ਦੇ ਟਾਈਮ, ਸ਼ਾਇਦ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਰੀਡੇਸ਼ਨ ਦੇ ਤਿਆਰ ਕੀਤੇ ਹੋਏ, ਟੈਕਨੋਲੋਜੀ ਦੁਆਰਾ ਤਿਆਰ ਕੀਤੇ ਗਏ ਭੋਜਨ ਪਦਾਰਥਾਂ ਨੂੰ ਜ਼ਿਆਦਾ ਪ੍ਰੈਫਰ ਕਰਾਂਗੇ, ਕਿਉਂਕਿ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਹੱਥ ਜਾਂ ਕਿਸੇ ਦੀ ਹੋਰ ਮਿਲਾਵਟ ਨਹੀਂ ਹੋ ਸਕਦੀ। ਉਹ ਕੇਵਲ ਗੈਮਾ ਰੇਜ਼ ਤੇ ਐਕਸ ਰੇਜ਼ ਦੁਆਰਾ ਹੀ ਤਿਆਰ ਕੀਤਾ ਜਾਂਦਾ ਹੈ। ਸਟੂਡੈਂਟਸ ਜੇ ਤੁਸੀਂ
ਕਿਸੇ ਨੇ ਹਾਰਟੀਕਲਚਰ ਲੈਬਸ ਦੇ ਵਿੱਚ ਗਏ ਹੋਵੋ ਤਾਂ ਉੱਥੇ UV ਰੇਜ਼ ਦੇ ਨਾਲ ਮਸ਼ਰੂਮ ਦੀ ਬੀਜ ਤਿਆਰ ਕਰੇ ਜਾਂਦੇ ਨੇ। ਮੈਂ ਆਪਣੇ ਸਟੂਡੈਂਟਸ ਨੂੰ ਦਿਖਾਇਆ ਹੋਇਆ। ਜੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋਗੇ ਤਾਂ ਮੈਂ ਤੁਹਾਨੂੰ ਵੀ ਦਿਖਾ ਸਕਦੀ ਹਾਂ, ਪਿਕਚਰਸ ਦਿਖਾ ਸਕਦੀ ਹਾਂ, ਵੀਡੀਓ ਦਿਖਾ ਸਕਦੀ ਹਾਂ, ਪਰ ਮੈਨੂੰ ਤੁਹਾਡਾ ਕੀ ਚਾਹੀਦਾ ਹੈ? ਸਾਥ। ਅਗਲੀ ਵਿਧੀ ਪੜ੍ਹਦੇ ਹਾਂ ਸਟੂਡੈਂਟਸ, ਮਕੈਨੀਕਲ ਪ੍ਰੋਸੈਸਿੰਗ। ਬਹੁਤ ਸਾਰੇ ਇੰਸਟਰੂਮੈਂਟ ਨੇ ਸਟੂਡੈਂਟਸ ਜਿਹੜੇ ਭੋਜਨ ਪਦਾਰਥਾਂ ਨੂੰ ਤਿਆਰ ਕਰਦੇ ਨੇ। ਮੈਂ ਬਾਰ-ਬਾਰ ਫੇਰ ਕਹਿ ਰਹੀ ਹਾਂ ਕਿ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਕਿਹੜਾ ਕੰਮ ਹੁੰਦਾ? ਮਕੈਨੀਕਲ ਪ੍ਰੋਸੈਸਿੰਗ। ਤਾਂ ਹੀ ਅਸੀਂ ਸੋਚਦੇ ਹਾਂ ਕਿ ਕਿਸ ਤਰ੍ਹਾਂ, ਜਿਵੇਂ ਸਾਰੇ ਬੱਚੇ, ਪੇਰੈਂਟਸ ਵੀ ਸਾਡੇ ਕਹਿੰਦੇ ਨੇ, ਆਪਾਂ ਨੂੰ ਸਾਰਿਆਂ ਨੂੰ ਲੇਜ਼ ਬਹੁਤ ਪਸੰਦ ਹੈ। ਆਲੂ ਦਾ ਰੇਟ ਕਿੰਨਾ ਹੈ ਅਤੇ ਲੇਕਿਨ ਇੱਕ ਚਿਪਸ ਪੈਕਟ ਦੇ ਵਿੱਚੋਂ ਕਿੰਨੇ % ਚਿਪਸ ਨਿਕਲਦੇ, ਉਹਦਾ ਕਿੰਨਾ ਰੇਟ ਹੈ? ਤਾਂ ਉਹਦਾ ਰੇਟ ਕਾਹਦੇ ਕਰਕੇ ਹੈ ਸਟੂਡੈਂਟਸ? ਮਕੈਨੀਕਲ ਪ੍ਰੋਸੈਸਿੰਗ। ਜੇ ਤੁਸੀਂ ਲੇਜ਼ ਬਣਦੇ ਦੇਖੇ ਹੈ ਤਾਂ ਤੁਹਾਨੂੰ ਸਮਝ ਆ ਸਕਦੀ ਹੈ ਕਿ ਮਕੈਨੀਕਲ ਪ੍ਰੋਸੈਸਿੰਗ। ਜੇ ਤੁਸੀਂ ਨਹੀਂ ਦੇਖੇ ਤਾਂ ਮੈਨੂੰ ਕਮੈਂਟ ਬਾਕਸ 'ਚ ਲਿਖੋ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਿਵੇਂ ਪ੍ਰੋਸੈਸ ਤਿਆਰ ਹੁੰਦੀ ਹੈ ਉਹਦੇ 'ਚ ਮੈਂ ਤੁਹਾਨੂੰ ਦਿਖਾਉਂਗੀ। ਪ੍ਰਾਇਮਰੀ ਕਿੱਥੇ ਹੈ, ਸੈਕੰਡਰੀ ਕਿੱਥੇ ਹੈ, ਟਰਸਰੀ ਪ੍ਰੋਸੈਸ ਕਿੱਥੇ ਤਿਆਰ ਹੁੰਦੀ ਹੈ, ਤਾਂ ਮੈਂ ਤੁਹਾਨੂੰ ਇਹ ਵੀਡੀਓ ਦਿਖਾ ਸਕਦੀ ਹਾਂ, ਪਰ ਚਾਹੀਦਾ ਮੈਨੂੰ ਕੀ ਹੈ? ਤੁਹਾਡਾ ਸਾਥ। ਅਗਲੀ ਪ੍ਰੋਸੈਸ ਦੇਖੋ, ਪਾਸਚਰਾਈਜੇਸ਼ਨ। ਪਾਸਚਰਾਈਜੇਸ਼ਨ ਜਿਹੜੀ ਕਿ ਤੁਸੀਂ +1 ਦੇ ਵਿੱਚ ਪੜ੍ਹੀ ਹੈ। ਪਾਸਚਰ ਦੁੱਧ, ਸਬਜ਼ੀਆਂ, ਫਰੂਟ, ਇਹ ਕੀ ਹੈ? ਜਿਹੜੇ ਹਾਰਮਫੁਲ ਮਾਈਕਰੋ ਆਰਗੈਨਿਜ਼ਮ, ਬੈਕਟੀਰੀਆਜ਼ ਨੇ, ਉਹਨਾਂ ਨੂੰ ਕਿਲ ਕਰਕੇ ਕਿਵੇਂ ਕੀਤਾ ਜਾਂਦਾ? 100 ਡਿਗਰੀ ਸੈਲਸੀਅਸ 'ਤੇ ਗਰਮ ਕੀਤਾ ਜਾਂਦਾ ਅਤੇ ਉਸੇ ਸਕਿੰਟ ਦੇ ਵਿੱਚ 0 ਡਿਗਰੀ 'ਤੇ ਕੀ ਕੀਤਾ ਜਾਂਦਾ? ਠੰਡਾ ਕੀਤਾ ਜਾਂਦਾ, ਜਿਹੜਾ ਕਿ ਤੁਹਾਨੂੰ ਸ਼ਾਇਦ ਇੱਕ ਸੁਪਨਾ ਜਿਹਾ ਲੱਗਦਾ। ਪਰ ਸਟੂਡੈਂਟਸ, ਇਹ ਪ੍ਰੋਸੈਸ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਚਾਹੀਦੀ ਹੈ। ਜੇ ਨਹੀਂ ਤਾਂ ਮੈਨੂੰ ਦੱਸੋ, ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਅਰੇ ਇਸ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੀ। ਅਗਲਾ ਦੇਖੋ, ਪ੍ਰੀਜ਼ਰਵੇਟਿਵਸ। ਪ੍ਰੀਜ਼ਰਵੇਟਿਵਸ ਕੀ ਹੁੰਦੇ ਨੇ? ਭੋਜਨ ਪਦਾਰਥਾਂ ਨੂੰ ਕੁਝ ਅਜਿਹੇ ਰਸਾਇਣ ਬਾਹਰੋਂ ਮਿਲਾਵਟ ਕੀਤੇ ਜਾਵੇ ਜੋ ਕਿ ਸੰਭਾਲ ਕੇ ਰੱਖਦੇ। ਜਿਵੇਂ ਸਾਡੇ ਘਰਾਂ ਦੇ ਵਿੱਚ ਸਿਰਕਾ ਹੁੰਦਾ ਹੈ, ਚੀਨੀ ਹੁੰਦੀ ਹੈ, ਨਮਕ ਹੁੰਦਾ ਹੈ, ਗੁੜ ਹੁੰਦਾ ਹੈ, ਠੀਕ ਹੈ ਜੀ। ਤਾਂ ਬਹੁਤ ਸਾਰੇ ਹੋਰ ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਜਾਂ ਸੰਭਾਲ ਕੇ ਰੱਖਣ ਲਈ ਪ੍ਰੀਜ਼ਰਵੇਟਿਵਸ ਹੁੰਦੇ ਨੇ, ਜਿਨ੍ਹਾਂ ਨੂੰ ਬਾਹਰਲੇ ਤੌਰ 'ਤੇ ਰਸਾਇਣਾਂ ਨੂੰ ਐਡ ਕਰਕੇ ਮਿਲਾਏ ਜਾਂਦੇ ਹਨ। ਉਹ ਕਿਹੜੇ ਨੇ? ਪ੍ਰੀਜ਼ਰਵੇਟਿਵਸ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਹਟੀ ਹਾਂ ਸਟੂਡੈਂਟਸ ਵੀ ਜੇ ਤੁਸੀਂ ਮੈਨੂੰ ਕਮੈਂਟ ਦਿਓਗੇ ਤਾਂ ਮੈਂ ਤੁਹਾਨੂੰ ਪ੍ਰਾਇਮਰੀ ਫੂਡ ਪ੍ਰੋਸੈਸਿੰਗ ਟੈਕਨੋਲੋਜੀ, ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਆਲੂ ਦੇ ਚਿਪਸ, ਉਹਦਾ ਪਹਿਲਾ ਹਿੱਸਾ ਜੇ ਤੁਸੀਂ ਦੇਖਦੇ ਹੋ ਤਾਂ ਸਟੂਡੈਂਟਸ ਉਹਦਾ ਬੇਸਿਕ ਇਨਗਰੀਡੀਐਂਟ ਜਿਵੇਂ ਆਲੂ ਨੇ, ਉਹਨੂੰ ਕਿਸ ਹਿਸਾਬ ਨਾਲ ਤਿਆਰ ਕੀਤਾ, ਫਿਰ ਖੇਤ ਵਿੱਚੋਂ ਇਕੱਠਾ ਕੀਤਾ, ਫਿਰ ਧੋਇਆ, ਫਿਰ ਕੱਟਿਆ ਅਤੇ ਉਹਨੂੰ ਅੱਗੇ ਭੇਜਿਆ ਗਿਆ, ਤਾਂ ਉਹ ਪ੍ਰਾਇਮਰੀ ਪ੍ਰੋਸੈਸ ਹੈ। ਤਾਂ ਬਹੁਤ ਸਾਰੀਆਂ ਪ੍ਰੋਸੈਸ ਰੈਫਰੀਜਰੇਸ਼ਨ ਦੁਆਰਾ ਵੀ ਕੀਤੀ ਜਾਂਦੀ ਹੈ। ਸਟੂਡੈਂਟ, ਤੁਸੀਂ ਕੋਲਡ ਸਟੋਰੇਜ ਸੁਣੇ ਹੋਣੇ ਆ, ਠੀਕ ਹੈ। ਜਿਵੇਂ ਹੁਣ ਅੱਜ ਦੇ ਸੀਜ਼ਨ ਵਿੱਚ ਹੁਣ ਗੋਭੀ, ਗਾਜਰ, ਮਟਰ ਹੁਣ ਘੱਟ ਜਾਣਗੇ, ਤਾਂ ਸਾਡੀ ਗਰਮੀ ਦੇ ਵਿੱਚ ਜੇ ਅਸੀਂ ਵਰਤਾਂਗੇ ਤਾਂ ਉਹ ਕਿੱਥੋਂ ਯੂਜ਼ ਕਰਾਂਗੇ? ਅਸੀਂ ਕੋਲਡ ਸਟੋਰੇਜ 'ਤੇ ਯੂਜ਼ ਕਰਾਂਗੇ, ਜਿਨ੍ਹਾਂ ਦਾ ਟੈਂਪਰੇਚਰ ਕਿੰਨਾ ਹੁੰਦਾ? 32 ਡਿਗਰੀ ਫਾਰਨਹਾਈਟ ਤੋਂ 40 ਡਿਗਰੀ ਫਾਰਨਹਾਈਟ ਤੱਕ। ਮੈਂ ਬਾਰ-ਬਾਰ ਕਹਿ ਰਹੀ ਹਾਂ ਸਟੂਡੈਂਟਸ, ਇਹ ਛੋਟੀਆਂ ਲਾਈਨਸ ਅੰਡਰਲਾਈਨ ਕਰੋ, ਪੰਜਾਬੀ 'ਚ ਲਿਖੋ, ਕਿਉਂਕਿ ਜਦੋਂ ਕਿਊਜ਼ ਹੋਣਾ ਉਦੋਂ ਤੁਹਾਨੂੰ ਇਹਨਾਂ ਆਪਸ਼ਨਸ ਨੂੰ ਚੱਕ ਕੇ ਹੀ ਆਪਣਾ ਕਿਊਜ਼ ਪੂਰਾ ਕਰਨਾ। ਸਟੂਡੈਂਟਸ, ਇਹੀ ਸੈਕੰਡਰੀ ਹੈ। ਸੈਕੰਡਰੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ। ਸੈਕੰਡਰੀ ਦੂਜੇ ਦਰਜੇ ਦੀ। ਜਦੋਂ ਭੋਜਨ ਪਦਾਰਥਾਂ ਨੂੰ ਪਹਿਲਾਂ ਤਿਆਰ ਕੀਤਾ ਗਿਆ, ਫਿਰ ਉਸ ਨੂੰ ਮਾਰਕੀਟ ਦੇ ਵਿੱਚ ਭੇਜਿਆ ਗਿਆ, ਤਾਂ ਉਹਦੇ ਵਿੱਚ ਕਈ ਖਾਸ ਕਿਸਮ ਦੇ ਭੋਜਨ ਪਦਾਰਥਾਂ ਦਾ ਕੰਬੀਨੇਸ਼ਨ ਤਿਆਰ ਕੀਤਾ ਗਿਆ, ਤਾਂ ਉਹ ਕਿਹੜੀ ਸਟੂਡੈਂਟ ਹੁੰਦੀ ਹੈ? ਸੈਕੰਡਰੀ ਪ੍ਰੋਸੈਸ। ਅਗਲੀ ਸਮੋਕਿੰਗ। ਇਹ ਸ਼ਾਇਦ ਤੁਸੀਂ ਨਹੀਂ ਸੁਣੀ ਹੋਵੇਗੀ, ਤੁਹਾਨੂੰ ਸ਼ਾਇਦ ਇਹ ਲੱਗਦਾ ਹੋਵੇਗਾ ਕਿ ਇਹ ਮੈਡਮ ਨੇ ਗਲਤ ਲਿਖਤਾ। ਨਹੀਂ ਸਟੂਡੈਂਟਸ, ਇਹ ਇੱਕ ਪ੍ਰਕਿਰਿਆ ਹੈ ਸਮੋਕਿੰਗ, ਧੂਏ ਦੁਬਾਰਾ। ਜੇ ਤੁਸੀਂ ਇਹ ਪ੍ਰੋਸੈਸ ਸਮਝਣੀ ਹੈ ਨਾ, ਸ਼ਾਇਦ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਗੱਲ ਕਰਕੇ ਦੇਖੋ ਕਿ ਕੋਈ ਇਹੋ ਜਿਹਾ ਭੋਜਨ ਪਦਾਰਥ ਹੈਗਾ ਜਿਹੜਾ ਧੂਏ ਰਾਹੀਂ ਤਿਆਰ ਕੀਤਾ ਜਾਂਦਾ। ਜੇ ਤੁਸੀਂ ਹਾਰੇ 'ਚ ਦਾਲ ਤਿਆਰ ਕਰਦੇ ਹੋ ਨਾ ਸਟੂਡੈਂਟਸ, ਜਿਹੜੀ ਉਹ ਮਿੱਠੀ ਸੇਕ ਦੇ ਨਾਲ ਜਾ ਰਿਹਾ, ਤਾਂ ਸਟੂਡੈਂਟਸ ਉਹੀ ਗੋਹੇ ਦਾ ਧੂੰਆਂ ਹੀ ਹੈ, ਜਿਹੜਾ ਕਿ ਤੁਸੀਂ ਸੋਚਦੇ ਹੋਗੇ ਮੈਡਮ ਕਹਿੰਦੇ ਨੇ ਵੀ ਧੂੰਆਂ ਤਾਂ ਜੇ ਵਿੱਚ ਆ ਕੇ ਸਮੈਲ ਆ ਜੂਗੀ, ਆਉਂਦੀ ਹੈ ਨਾ ਜੇ ਕਈ ਵਾਰ ਧੂੰਆਂ ਆ ਗਿਆ। ਨਹੀਂ ਸਟੂਡੈਂਟਸ,
ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਧੂਏ ਨਾਲ ਵੀ ਤਿਆਰ ਹੁੰਦੀਆਂ ਨੇ। ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਪੁੱਛਿਓ, ਉਹਦੀ ਇੱਕ ਸਪੈਸ਼ਲ ਫਲੇਵਰ ਹੈ ਸਟੂਡੈਂਟਸ, ਸਪੈਸ਼ਲ ਫਲੇਵਰ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਇੱਥੇ। ਹਵੇਲੀ ਸਾਰਿਆਂ ਨੇ ਸੁਣਿਆ ਹੋਊਗਾ, ਅੰਮ੍ਰਿਤਸਰ ਕੋਲ ਹੈ, ਜਲੰਧਰ ਅੰਮ੍ਰਿਤਸਰ ਦੇ ਵਿਚਾਲੇ, ਜਿੱਥੇ ਖਾਣਾ ਲੋਕ ਬਹੁਤ ਹੀ ਖੁਸ਼ ਹੋ ਕੇ ਖਾਣ ਜਾਂਦੇ। ਹੁਣ ਪਤਾ ਨਹੀਂ ਕਦੋਂ ਕਦੇ ਖਾਣ ਜਾਵਾਂਗੇ ਵੀ ਕਿ ਨਾ ਆਪਾਂ, ਕਰੋਨਾ ਦੇ ਟਾਈਮ ਦੇ ਵਿੱਚ। ਉੱਥੋਂ ਦੇ ਹੁਣ ਬੜੇ ਲੋਕ ਪਰੇਸ਼ਾਨ ਹੋ ਰਹੇ, ਜਿੱਥੇ ਲੋਕ ਇੱਕ ਦਿਨ ਦੇ ਵਿੱਚ ਲੱਖਾਂ 'ਚ ਪਹੁੰਚਦੇ ਸੀ, ਹੁਣ ਉਹ ਕਿੰਨੇ ਮਹੀਨਿਆਂ ਤੋਂ ਬੰਦ ਹੈ। ਤਾਂ ਸਟੂਡੈਂਟਸ ਉੱਥੇ ਇੱਕ ਸਮੋਕ ਫੁਲਕਾ ਮਿਲਦਾ, ਇੱਕ ਚਪਾਤੀ ਸਾਰੀ ਮਿਲਦੀ ਹੈ, ਬਾਕੀ ਸਾਰੀ ਚਪਾਤੀ ਹੁੰਦੀ ਕਿ ਸਮੋਕ ਚਪਾਤੀ, ਧੂਏ ਵਾਲੀ ਚਪਾਤੀ, ਜਿਹੜੀ ਕਿ ਲੋਕ ਕਹਿੰਦੇ ਬਹੁਤ ਟੇਸਟੀ ਹੈ। ਤਾਂ ਉਹ ਫਲੇਵਰ ਹੈ ਸਟੂਡੈਂਟਸ, ਫਲੇਵਰ। ਜਾਂ ਤੁਸੀਂ ਟੀਵੀ ਦੇ ਵਿੱਚ ਦੇਖਿਆ ਹੋਊਗਾ, ਸਪੈਸ਼ਲੀ ਕੁਛ ਜਲਾ ਕੇ, ਠੀਕ ਹੈ, ਫਿਰ ਉਸ ਨੂੰ ਸ਼ੋਅ ਕੀਤਾ ਜਾਂਦਾ, ਉਹ ਕੀ ਹੈ, ਫਲੇਵਰ, ਕਿਹਦੀ, ਸਮੋਕੀ। ਠੀਕ ਹੈ ਬੱਚੋ। ਥਰਮਲ ਪ੍ਰੋਸੈਸਿੰਗ, ਥਰਮਲ ਤੁਸੀਂ +1 ਦੇ ਵਿੱਚ ਬਹੁਤ ਚੰਗੀ ਤਰ੍ਹਾਂ ਪੜ੍ਹੀ ਹੋਈ ਹੈਗੀ ਹੈ। ਇਸ ਮੈਥਡ ਦੇ ਵਿੱਚ ਪ੍ਰਾਇਮਰੀ ਲੈਵਲ ਤੋਂ ਜਾ ਕੇ ਹੀਟ ਨੂੰ ਕਨਵਰਟ ਕੀਤਾ ਜਾਂਦਾ ਹੈ, ਤਾਂ ਕਿ ਉਹ ਸਪੈਸ਼ਲ ਇੱਕ ਥਰਮਲ ਪ੍ਰੋਸੈਸ ਹੋ ਜਾਂਦੀ ਹੈ, ਜਿਹਦੇ ਵਿੱਚ ਥਰਮਲ ਪ੍ਰੋਸੈਸ ਬਰਕਰਾਰ ਰਹਿੰਦੀ। ਲਾਸਟ ਟੌਪਿਕ ਹੈ ਸਟੂਡੈਂਟਸ, ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਸਮਝਣ ਵਾਲਾ, ਅਤੇ ਜਿਹੜੇ ਕਿ ਤੁਹਾਨੂੰ ਕਦੇ ਤੁਸੀਂ ਹਜੇ ਸੁਣਿਆ ਨਹੀਂ ਸੀਗਾ। ਜਦੋਂ ਤੁਸੀਂ ਸਟੂਡੈਂਟਸ ਇਹ ਛੋਟਾ ਜਿਹਾ ਗਲਤੀ ਹੋ ਜਾਂਦੀ ਹੈ ਮੇਰੇ ਤੋਂ, ਇਹ ਪ੍ਰੋਸੈਸ ਹੁਣ ਜਿਹੜੀਆਂ ਟਰਮਸ ਨੇਗੀਆਂ, ਜਿਹੜੀਆਂ ਟਰਮਸ ਯੂਜ਼ ਹੋ ਰਹੀਆਂ ਨੇ, ਟਰਮਸ ਪਹਿਲੀ ਟਰਮਸ ਹੈਗੀ ਅਸੈਪਟਿਕ। ਅਸੈਪਟਿਕ, ਇਹ ਤੁਹਾਨੂੰ ਮੈਂ ਇੱਕ ਵਾਰੀ ਦੁਬਾਰਾ ਸਾਰਾ ਰੀਮਾਈਂਡ ਕਰਾਤਾ, ਠੀਕ ਹੈ। ਤਾਂ ਹੁਣ ਟਰਮਸ ਪੜ੍ਹੋ ਫਟਾਫਟ। ਪ੍ਰੀਜ਼ਰਵੇਸ਼ਨ, ਪ੍ਰੀਜ਼ਰਵੇਸ਼ਨ ਵਿੱਚ ਕੀ ਹੈ ਸਟੂਡੈਂਟਸ, ਪ੍ਰੋਸੈਸਿੰਗ ਡਿਜ਼ਾਈਨ ਟੂ ਪ੍ਰੋਟੈਕਟ ਫੂਡ ਸਪੋਇਲ ਕਾਜ਼ਡ ਬਾਈ ਮਾਈਕਰੋਇਜ਼ਮਸ ਐਂਡ ਆਟੋ ਆਕਸੀਡੇਸ਼ਨ। ਪ੍ਰੀਜ਼ਰਵੇਸ਼ਨ ਮੀਨਸ ਸੁਰੱਖਿਅਨ। ਭੋਜਨ ਪਦਾਰਥਾਂ ਨੂੰ ਇੱਕ ਅਜਿਹੇ ਹਿਸਾਬ ਨਾਲ ਪ੍ਰਕਿਰਿਆ ਰਾਹੀਂ ਤਿਆਰ ਕੀਤਾ ਜਾਂਦਾ, ਡਿਜ਼ਾਈਨ ਕੀਤਾ ਜਾਂਦਾ ਹੈ, ਜਿਸ ਵਿੱਚ ਬੈਕਟੀਰੀਆਜ਼ ਨੂੰ ਕਿਹਦੇ ਰਾਹੀਂ, ਮਾਈਕਰੋਬਸ, ਇੰਜ਼ਾਈਮਸ ਅਤੇ ਆਟੋ ਆਕਸੀਡੇਸ਼ਨ, ਇਹਨਾਂ ਭਾਗਾਂ ਦੇ ਰਾਹੀਂ ਇਹਨੂੰ ਕੀ ਕੀਤਾ ਜਾਂਦਾ, ਪ੍ਰੀਜ਼ਰਵ ਕੀਤਾ ਜਾਂਦਾ, ਸੰਰਖਿਅਨ ਕੀਤਾ ਜਾਂਦਾ ਹੈ, ਕਿਹਦੇ ਵਿੱਚ, ਇਹ ਫੂਡ ਪ੍ਰੋਸੈਸਿੰਗ ਦੇ। ਹੁਣ ਤੁਸੀਂ ਸੋਚਦੇ ਹੋ ਕਿ ਮੈਡਮ ਨੇ ਟਰਮ ਤਾਂ ਦੱਸਿਆ ਨਹੀਂ ਕੀ ਹੁੰਦਾ। ਸਟੂਡੈਂਟ ਟਰਮਸ ਉਹ ਹੁੰਦੀਆਂ ਨੇ ਜਦੋਂ ਕਿਸੇ ਚੀਜ਼ ਦੀ ਇੱਕ ਪਹਿਚਾਣ, ਜਿਵੇਂ ਹੁਣ ਆਪਾਂ ਸਕੂਲ ਜਾਂਦੇ ਹਾਂ, ਸਕੂਲ 'ਚ ਸਕੂਲ ਬੈਲ ਹੈ, ਰਜਿਸਟਰਸ ਨੇ, ਅਟੈਂਡੈਂਸ ਰਜਿਸਟਰ ਨੇ, ਬੱਚਿਆਂ ਦੀਆਂ ਕਾਪੀਆਂ ਨੇ, ਠੀਕ ਹੈ, ਏਡ ਹੈ, ਔਰ ਮਿਡ ਡੇ ਮੀਲ ਹੈ। ਤਾਂ ਉਹਦਾ ਸਾਰੀਆਂ ਗੱਲਾਂ ਦੇ ਨਾਲ ਆਪਾਂ ਲੱਗੂਗਾ, ਜੇ ਆਪਾਂ ਹੁਣ ਬੱਸ 'ਚ ਬੈਠੇ ਕਰੀ ਜਾਈਏ ਵੀ ਹਾਂ ਉੱਥੇ ਐਂ ਹੁੰਦਾ ਹੈ, ਤਾਂ ਆਪਾਂ ਸਮਝ ਆਊਗੀ ਨਾ ਆਪਾਂ ਸਕੂਲ ਦੀ ਗੱਲ ਕਰਦੇ ਜਾਂ ਘਰ ਦੀ ਗੱਲ ਕਰ ਰਹੇ ਹਾਂ। ਤਾਂ ਉਹ ਕੀ ਹੁੰਦੀਆਂ ਨੇ, ਟਰਮਸ। ਤਾਂ ਫੂਡ ਪ੍ਰੋਸੈਸਿੰਗ ਦੇ ਵਿੱਚ ਜੇ ਕੋਈ ਗੱਲ ਹੋ ਰਹੀ ਹੈ ਤਾਂ ਆਪਾਂ ਪਹਿਲੀ ਗੱਲ ਕਰਾਂਗੇ ਪ੍ਰੀਜ਼ਰਵੇਸ਼ਨ। ਦੂਸਰੀ ਆਪਾਂ ਗੱਲ ਕਰਾਂਗੇ ਪਾਸਚਰਾਈਜੇਸ਼ਨ। ਪਾਸਚਰਾਈਜੇਸ਼ਨ ਕਰਨ ਦੀ ਬਜਾਏ ਆਪਾਂ ਜੇ ਲਿਊਸ ਪਾਸਚਰ ਬੋਲੀਏ ਤਾਂ ਲਿਊਸ ਪਾਸਚਰ ਕੌਣ ਸੀ, ਜਿਨ੍ਹਾਂ ਨੇ ਪਾਸਚਰਾਈਜੇਸ਼ਨ ਦੀ ਪ੍ਰਕਿਰਿਆ ਨੂੰ ਆਪਾਂ ਨੂੰ ਦੱਸਿਆ ਸੀ। ਕੀ ਪਾਸਚਰਾਈਜੇਸ਼ਨ ਪ੍ਰਕਿਰਿਆ ਕੀ ਹੁੰਦੀ ਹੈ, 100 ਡਿਗਰੀ 'ਤੇ ਗਰਮ ਕਰਨਾ ਅਤੇ ਨਾਲ ਦੀ ਨਾਲ ਉਸੇ ਵਕਤ 0 ਡਿਗਰੀ 'ਤੇ ਕੀ ਕਰ ਦੇਣਾ, ਠੰਡਾ ਕਰਨਾ। ਉਹ ਕਿਹੜੀ ਪਾਸਚਰਾਈਜੇਸ਼ਨ ਹੈ, ਪਾਸਚਰਾਈਜੇਸ਼ਨ ਪ੍ਰਕਿਰਿਆ। ਅਤੇ ਕਿਹਨਾਂ ਨੇ ਦਿੱਤੀ ਸੀ, ਲਿਊਸ ਪਾਸਚਰ। ਇਹ ਕਿਉਂ ਬਣਾਇਆ ਗਿਆ ਸਟੂਡੈਂਟਸ ਟਰਮਸ, ਕਿਉਂਕਿ ਆਪਾਂ ਨੂੰ ਕੱਲ੍ਹ ਨੂੰ ਕਿਊਜ਼ ਆਉਣਾ ਹੈ, ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਿਊਸ ਪਾਸਚਰ ਦਾ ਮਤਲਬ ਕਿ ਆਪਾਂ ਪਾਸਚਰਾਈਜੇਸ਼ਨ ਪ੍ਰਕਿਰਿਆ ਦੀ ਗੱਲ ਕਰ ਰਹੇ ਹਾਂ। ਅਗਲਾ ਦੇਖੋ ਇੰਜ਼ਾਈਮਸ। +1 'ਚ ਤੁਹਾਨੇ ਸਾਰਿਆਂ ਨੇ ਇੰਜ਼ਾਈਮਸ ਪੜ੍ਹੇ ਹੋਏ ਨੇ। ਇੰਜ਼ਾਈਮਸ ਕੀ ਕਰਦੇ ਨੇ, ਸਾਡੇ ਪ੍ਰੋਟੀਨਸ ਨੂੰ ਅੱਗੇ ਵਧਾਉਂਦੇ ਨੇ। ਜਿਵੇਂ ਕਿ ਤੁਸੀਂ 2 ਤਰ੍ਹਾਂ ਦੇ ਪ੍ਰੋਟੀਨਸ ਪੜ੍ਹੇ ਸੀ, ਅਸੈਂਸ਼ੀਅਲ, ਨੋਨ ਅਸੈਂਸ਼ੀਅਲ। ਅਸੈਂਸ਼ੀਅਲ ਦਾ ਮਤਲਬ ਹੁੰਦਾ ਜ਼ਰੂਰੀ, ਨੋਨ ਅਸੈਂਸ਼ੀਅਲ ਦਾ ਮਤਲਬ ਹੁੰਦਾ ਗੈਰ ਜ਼ਰੂਰੀ। ਜ਼ਰੂਰੀ ਉਹ ਜੋ ਸਾਡੇ ਸਰੀਰ ਲਈ ਤਾਂ ਬਹੁਤ ਜ਼ਰੂਰੀ ਨੇ, ਪਰ ਉਹ ਆਪਣੇ ਆਪ ਨਹੀਂ ਸਰੀਰ ਲੈ ਬਣਾ ਸਕਦਾ, ਉਹਨੂੰ ਕਿੱਥੋਂ, ਬਾਹਰੋਂ ਲੈਣੇ ਪੈਂਦੇ। ਗੈਰ ਜ਼ਰੂਰੀ ਜਿਹੜੇ ਕਿ ਸਾਡਾ ਸਰੀਰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਤਿਆਰ ਕਰ ਲੈਂਦਾ, ਪਰ ਉਹਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਇਹਦੇ 'ਚ ਕਿਊਜ਼ ਆਊਗਾ, ਇੱਥੇ ਲਿਖ ਲਓ 6:12। 6 ਤਾਂ ਜਿਹੜੇ ਸਾਡੇ ਕੋਲ ਜ਼ਰੂਰੀ ਨੇ ਉਹ ਹੈ, 12 ਜਿਹੜੇ ਗੈਰ ਜ਼ਰੂਰੀ ਨੇ। 6:12 ਮੈਂ ਬਾਰ-ਬਾਰ ਕਹਿ ਰਹੀ ਹਾਂ, ਕਿਊਜ਼ ਵਾਸਤੇ ਜ਼ਰੂਰ ਤਿਆਰ ਲਿਖ ਲਓ। ਅਗਲਾ ਪੈਕਟਿਨ।
ਪੈਕਟਿਨ ਸਟੂਡੈਂਟਸ ਤੁਸੀਂ +1 ਦੇ ਵਿੱਚ ਲਾਸਟ ਚੈਪਟਰ ਬਹੁਤ ਤਰੀਕੇ ਨਾਲ ਪੜ੍ਹਿਆ ਹੋਊਗਾ। ਪੈਕਟਿਨ ਦਾ ਭਾਵ ਦਾ ਮਤਲਬ ਕੀ ਹੁੰਦਾ ਹੈ? ਪੱਕੇ ਹੋਏ ਭੋਜਨ ਪਦਾਰਥਾਂ ਤੋਂ ਤਿਆਰ ਕੀਤਾ ਗਿਆ ਇੱਕ ਗਾੜਾ ਥਿੱਕ ਜੈਲ, ਜਿਹਦੇ ਰਾਹੀਂ ਬਹੁਤ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਹੈ। ਪੈਕਟਿਨ ਦੀਆਂ ਉਦਾਹਰਨਾਂ ਤੁਸੀਂ ਮੈਨੂੰ ਜ਼ਰੂਰ, ਇਹ ਤੁਹਾਡਾ ਹੋਮਵਰਕ ਹੈ, ਪੈਕਟਿਨ ਦੀਆਂ ਉਦਾਹਰਨਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਲਿਖ ਕੇ ਭੇਜੋ ਅਤੇ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਗਲਤ ਹੋ ਜਾਂ ਠੀਕ। ਅਗਲਾ, ਇਹ ਤੁਸੀਂ ਵਰਡ ਕਦੇ ਨਹੀਂ ਸੁਣਿਆ ਹੋਣਾ ਸਟੂਡੈਂਟਸ, ਜੇ ਸੁਣਿਆ ਹੋਇਆ ਤਾਂ ਬਹੁਤ ਚੰਗੀ ਗੱਲ ਹੈ। ਕੈਟਾਲਿਸਟ। ਇਸ ਸਬਸਟੈਂਸ ਵਿੱਚ ਇਨਕਰੀਜ਼ ਕੀ ਕਰਨਾ ਹੁੰਦਾ? ਵਧਾਉਣਾ ਦਾ ਰੇਟ ਆਫ ਕੈਮੀਕਲ ਰਿਐਕਸ਼ਨ। ਜਦੋਂ ਸਟੂਡੈਂਟਸ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰ ਰਹੇ ਹਾਂ, ਉਹਨੂੰ ਹੋਰ ਤੇਜ਼ ਕਰਨ ਵਾਸਤੇ ਜਿਹੜਾ ਸਮਾਨ ਅਸੀਂ ਵਿੱਚ ਪਾ ਦਈਏ ਉਹ ਕੀ ਹੁੰਦਾ? ਕੈਟਾਲਿਸਟ। ਉਹ ਕੀ ਹੁੰਦਾ ਸਟੂਡੈਂਟਸ? ਕੈਟਾਲਿਸਟ। ਉਹ ਆਪ ਨਹੀਂ ਵਿੱਚ ਇਨਵੋਲਵ ਹੁੰਦਾ, ਪਰ ਉਹ ਰਿਐਕਸ਼ਨ ਨੂੰ ਕੀ ਕਰ ਦਿੰਦਾ? ਤੇਜ਼ ਕਰ ਦਿੰਦਾ। ਉਹ ਕੀ ਹੁੰਦਾ ਸਟੂਡੈਂਟਸ? ਕੈਟਾਲਿਸਟ। ਤਾਂ ਇਹ ਟਰਮਸ ਤੁਸੀਂ ਕਿੰਨੀਆਂ ਪੜ੍ਹ ਲਈਆਂ ਸਟੂਡੈਂਟਸ? 5। ਕਿਹੜੀ? ਪ੍ਰੀਜ਼ਰਵੇਸ਼ਨ, ਪਾਸਚਰਾਈਜੇਸ਼ਨ, ਇੰਜ਼ਾਈਮ, ਪੈਕਟਿਨ, ਕੈਟਾਲਿਸਟ। ਇਹ 5 ਨੇ। ਠੀਕ ਹੈ ਸਟੂਡੈਂਟਸ, ਜਿਵੇਂ ਤੁਸੀਂ, ਮੈਂ ਬਾਰ-ਬਾਰ ਤੁਹਾਨੂੰ ਇੱਕ ਵਾਰੀ ਫੇਰ ਰਿਵਾਈਜ਼ ਕਰਾ ਦਿੰਦੀ ਹਾਂ। ਅਗਲੀ ਹੈ ਫੋਰਟੀਫਾਈਡ ਟੂ ਸਟਰੈਂਥ ਐਂਡ ਇਨਰਿਚ ਫੂਡ ਵਿਦ ਵਾਈਟਾਮਿਨਸ। ਸਟੂਡੈਂਟ ਤੁਸੀਂ ਮਾਰਕੀਟ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਜਿਹਦੇ ਉੱਪਰ ਲਿਖਿਆ ਹੋਇਆ ਹੁੰਦਾ ਹੈ ਕਿ ਇਸ ਵਿੱਚ ਵਾਈਟਾਮਿਨ ਏ ਹੈ, ਵਾਈਟਾਮਿਨ ਈ ਪਾਇਆ ਗਿਆ ਜਾਂ ਵਾਈਟਾਮਿਨ ਸੀ ਪਾਇਆ ਗਿਆ। ਉਹ ਸਟੂਡੈਂਟਸ ਬਾਹਰੋਂ ਪਾਇਆ ਗਿਆ, ਉਹਨੂੰ ਨਾ ਬਾਹਰੋਂ ਐਡ ਕੀਤਾ ਗਿਆ, ਤਾਂ ਉਹ ਭੋਜਨ ਪਦਾਰਥ ਕਿਹੜੇ ਹੁੰਦੇ ਨੇ? ਫੋਰਟੀਫਾਈਡ। ਇਹਦੀਆਂ ਉਦਾਹਰਨਾਂ ਵੀ ਤੁਸੀਂ ਸਾਰੇ ਜਾਣੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜੋ ਤਾਂ ਕਿ ਤੁਹਾਨੂੰ ਪੱਕਾ ਸਮਝ ਆ ਗਿਆ ਕਿ ਫੋਰਟੀਫਾਈਡ ਫੂਡ ਤੁਸੀਂ ਦੇਖੇ ਹੋਏ ਨੇ। ਅਗਲੀ ਟਰਮ ਸਟੂਡੈਂਟਸ ਫਰਮੈਂਟੇਸ਼ਨ। ਇਹ ਸਟੂਡੈਂਟਸ ਨੂੰ ਬਹੁਤ ਪਸੰਦ ਹੁੰਦੀ ਹੈ, ਇਹ ਸਟੂਡੈਂਟਸ ਇਹਨੂੰ ਬਹੁਤ ਜਾਣਦੇ ਨੇ, ਸਮਝਦੇ ਨੇ, ਪਰ ਸ਼ਾਇਦ ਨਾਮ ਨਹੀਂ ਸੁਣਿਆ ਹੋਇਆ। ਖਮੀਰਨ ਪ੍ਰਕਿਰਿਆ। ਤੁਸੀਂ ਸਾਰਿਆਂ ਨੂੰ ਪੀਜ਼ਾ, ਬਰਗਰਸ, ਢੋਕਲਾ, ਹੈ ਨਾ, ਬ੍ਰੈਡ ਬਹੁਤ ਪਸੰਦ ਹੈ। ਉਹ ਸਾਰੇ ਕਿਹੜੀ ਟਰਮ ਹੈ? ਫਰਮੈਂਟੇਸ਼ਨ। ਜਿਸ ਨੂੰ ਪ੍ਰਕਿਰਿਆ ਨੂੰ ਖਮੀਰਨ ਪ੍ਰਕਿਰਿਆ ਕੀ ਕਹਿੰਦੇ ਨੇ? ਪ੍ਰਮੋਟ ਚੇਂਜ ਇਨ ਇਟਸ ਕੈਮੀਕਲ ਕੰਪੋਜੀਸ਼ਨ। ਉਹਦਾ ਰਸਾਇਣਿਕ ਸਟਰਕਚਰ ਨੂੰ ਤੁਸੀਂ ਥੋੜ੍ਹਾ ਜਿਹਾ ਬਦਲ ਦਿੰਦੇ ਹੋ ਦੂਜੀਆਂ ਚੀਜ਼ਾਂ ਪਾ ਕੇ, ਤਾਂ ਉਹ ਕੀ ਹੁੰਦੀ ਹੈ? ਖਮੀਰਨ। ਜਿਵੇਂ ਬੇਕਿੰਗ ਸੋਡਾ, ਬੇਕਿੰਗ ਪਾਊਡਰ, ਵਿਨੇਗਰ, ਠੀਕ ਹੈ, ਨਿੰਬੂ, ਈਨੋ, ਇਹ ਸਾਰੀਆਂ ਚੀਜ਼ਾਂ ਨੂੰ ਵਰਤਿਆ ਜਾਂਦਾ ਕਿਸ ਵਾਸਤੇ? ਫਰਮੈਂਟੇਸ਼ਨ ਵਾਸਤੇ। ਅਗਲਾ ਸ਼ਬਦ ਬਹੁਤ ਇੰਪੋਰਟੈਂਟ ਹੈ ਸਟੂਡੈਂਟਸ, ਅਡੈਟਿਵ। ਡਿਸਕ੍ਰਾਈਬ ਏ ਸਬਸਟੈਂਸ ਐਡ। ਐਡ ਦਾ ਮਤਲਬ ਦੱਸੋ ਕੀ ਹੁੰਦਾ? ਐਡ ਦਾ ਮਤਲਬ ਵਿੱਚੋਂ ਬਾਹਰੋਂ ਕੁਛ ਹੋਰ ਨਵੀਂ ਚੀਜ਼ ਐਡ ਕਰਦੇ ਨੇ। ਕੀ ਐਡ ਕਰ ਸਕਦੇ ਹਾਂ? ਫਲੇਵਰ, ਬਿਲਕੁਲ। ਕਲਰ, ਬਿਲਕੁਲ। ਟੈਕਸਚਰ, ਹਾਂਜੀ। ਬੱਚਿਆਂ ਦੀਆਂ ਚੀਜ਼ਾਂ ਦੇ ਵਿੱਚ ਜੇਕਰ ਅਸੀਂ ਚਾਕਲੇਟ ਫਲੇਵਰ ਪਾਤੀ ਤਾਂ ਉਹ ਤਾਂ ਪਸੰਦ ਆਣੀ। ਉਹਨਾਂ ਨੂੰ ਕਲਰ ਬਰਾਊਨ ਕਲਰ ਪਾ ਦਿਓ, ਡਾਰਕ ਚਾਕਲੇਟ ਕਲਰ ਪਾ ਦਿਓ, ਬਸ ਉਹਨਾਂ ਨੂੰ ਪਸੰਦ ਆ ਜੂਗਾ ਕਿਉਂਕਿ ਉਹਦੀ ਦਿੱਖ ਸੋਹਣੀ ਹੋ ਜਾਏਗੀ। ਛੋਟੇ ਬੱਚਿਆਂ ਵਾਸਤੇ ਔਰੇਂਜ ਕਲਰ, ਮੈਂਗੋ ਕਲਰ, ਠੀਕ ਹੈ, ਮੈਂਗੋ ਟੈਕਸਚਰ, ਮੈਂਗੋ ਫਲੇਵਰ ਪਾ ਦਿਓ ਤਾਂ ਉਹਨਾਂ ਨੂੰ ਕੋਈ ਵੀ ਚੀਜ਼ ਸਵਾਦ ਲੱਗਣ ਲੱਗ ਜਾਂਦੀ ਹੈ। ਤਾਂ ਕੰਪਨੀਆਂ ਵਾਲੇ ਕੀ ਕਰਦੇ ਨੇ? ਇਹਨੂੰ ਕਹਿੰਦੇ ਨੇ ਅਡੈਟਿਵਸ ਦੀ ਵਰਤੋਂ। ਕੀ ਐਡਿਟਿਵਸ ਕਰਨੇ ਨੇ? ਫਲੇਵਰ ਐਡ ਕਰ ਸਕਦੇ, ਸੁਗੰਧ, ਕਲਰ, ਰੰਗ, ਟੈਕਸਚਰ, ਉਹਦੀ ਦਿੱਖ, ਉਹਦੇ ਵਰਗੀ ਦਿਖਣ ਲੱਗ ਜਾਂਦੀ ਹੈ ਤਾਂ ਬੱਚੇ ਖੁਸ਼ ਹੋ ਕੇ ਉਸਨੂੰ ਖਾਣ ਲੱਗ ਜਾਂਦੇ ਨੇ। ਅਗਲਾ ਫਰੀਜ਼ ਡਰਾਇੰਗ। ਸਟੂਡੈਂਟ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ 'ਚ ਮਿਲਦੀਆਂ ਨੇ ਜਿਹੜੀਆਂ ਕਿ ਫਰੀਜ਼ ਵੀ ਕੀਤੀਆਂ ਨੇ ਲੇਕਿਨ ਸੁਕਾਈਆਂ ਵੀ ਹੁੰਦੀਆਂ ਨੇ। ਬਹੁਤ ਸਾਰੀਆਂ ਚਟਨੀਆਂ ਜਿਹੜੇ ਕਿ ਸੁੱਕੇ ਤੌਰ 'ਤੇ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਹੁੰਦੀਆਂ ਨੇ, ਪਰ ਉਸ ਨੂੰ ਕਿੱਥੇ ਰੱਖਿਆ ਜਾਂਦਾ? ਫਰੀਜ਼। ਤੁਸੀਂ ਅੱਜ ਹੀ ਆਪਦੇ TV 'ਤੇ ਐਡ ਦੇਖੋ ਫਰੋਜ਼ਨ ਫੂਡ, ਜਿਨ੍ਹਾਂ ਨੂੰ ਤੁਸੀਂ ਦੇਖਿਆ ਬਰਫ਼ ਵਾਲੇ ਡੱਬੇ ਦੇ ਵਿੱਚ ਉਹ ਪੈਕਟ ਪਿਆ ਹੁੰਦਾ, ਟਿੱਕੀ, ਸਮੋਸੇ ਅਤੇ ਕਈ ਵਾਰ ਇਸ ਤੋਂ ਬਿਨਾਂ ਸਬਜ਼ੀਆਂ, ਚਾਕਲੇਟ ਨਹੀਂ, ਸਨੈਕਸ, ਤਾਂ ਉਹਨਾਂ ਨੂੰ ਨਾ ਸਟੂਡੈਂਟਸ ਫਰਿੱਜ ਵਾਲੇ ਬਾਕਸ ਦੇ ਵਿੱਚ ਰੱਖਿਆ ਹੋਇਆ ਹੁੰਦਾ ਔਰ ਵੱਡੇ ਚੈਂਬਰਸ ਦੇ ਵਿੱਚ ਕਹਿੰਦੇ। ਫਿਰ ਉਹਨੂੰ ਮਾਰਕੀਟ ਤੋਂ ਲਿਆ ਕੇ ਜਦੋਂ ਪਕਾਉਣ ਤੋਂ ਪਹਿਲਾਂ 20 ਮਿੰਟ ਪਹਿਲਾਂ ਬਾਹਰ ਰੱਖੋ, ਫਿਰ ਉਸਨੂੰ ਤਲ ਕੇ ਬਣਾਏ ਜਾਂਦੇ ਨੇ, ਤਾਂ ਉਹ ਫਰੀਜ਼ ਡਰਾਇੰਗ ਵਾਲੇ।
ਅਗਲਾ ਬਹੁਤ ਇੰਪੋਰਟੈਂਟ ਹੈ ਜੋ ਕਿ ਤੁਹਾਨੂੰ ਕਦੇ ਵੀ ਸੁਣਿਆ ਨਹੀਂ ਹੋਵੇਗਾ, ਐਡ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ, ਗਲੂਟਨ। ਗਲੂਟਨ ਕੀ ਦੇ ਵਿੱਚ ਪਾਇਆ ਜਾਂਦਾ? ਕਣਕ, ਓਟਸ ਦੇ ਵਿੱਚ, ਬਾਰਲੇ 'ਚ। ਜਿਵੇਂ ਸਟੂਡੈਂਟਸ ਮੈਂ ਬਾਰ-ਬਾਰ ਦੱਸ ਰਹੀ ਹਾਂ ਤੁਹਾਨੂੰ ਕਿ ਮਦਰ ਨੇ ਨਾ ਕਣਕ ਬਾਹਰ ਸੁੱਕਣੀ ਪਾਈ ਹੋਈ ਹੈ, ਧੋ ਕੇ ਆਟਾ ਪਿਸਾਉਣਾ ਹੈ, ਠੀਕ ਹੈ, ਤਾਂ ਪੂਰੀ ਤੇਜ਼ ਧੁੱਪ ਹੈ, ਤਾਂ ਮਦਰ ਕਹੂਗੀ ਜਾਂ ਕਣਕ 'ਚ ਹੱਥ ਮਾਰਿਆ ਹੋਊਗੇ, ਫਿਰ ਉਹ ਥੋੜ੍ਹੀ ਦੇਰ ਫਿਰ ਕਹਿਣਗੇ ਜਾਂ ਦੇਖ ਕੇ ਆਓ ਕਣਕ ਸੁੱਕ ਗਈ ਕਿ ਨਹੀਂ ਸੁੱਕ ਗਈ। ਤੁਸੀਂ ਕਹੋਗੇ ਸੁੱਕ ਗਈ, ਕਹਿਣਗੇ ਨਹੀਂ, ਦਾਣੇ ਨੂੰ ਖਾ ਕੇ ਦੇਖ, ਜੇ ਤਾਂ ਦਾਣਾ ਖਾਣ ਵੇਲੇ ਪਟੱਕ ਦੇ ਟੁੱਟ ਗਿਆ ਤਾਂ ਉਹ 2 ਹਿੱਸੇ ਹੋ ਗਏ, ਤਾਂ ਜਿਹੜਾ 2 ਹਿੱਸੇ ਹੋਣਗੇ ਵਿੱਚੋਂ ਤੁਹਾਨੂੰ ਚਿੱਟਾ ਭਾਗ ਦਿਖੂਗਾ ਨਾ ਸਟੂਡੈਂਟਸ, ਉਹ ਕੀ ਹੁੰਦਾ? ਗਲੂਟਨ। ਜਿੰਨੀ ਕਣਕ ਦੀ ਕੁਆਲਿਟੀ ਅੱਛੀ ਹੋਊਗੀ ਓਨਾ ਹੀ ਉਹਦੇ ਵਿੱਚ ਗਲੂਟਨ ਅੱਛਾ ਹੋਊ, ਜਿਹੜੀ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ, ਇੱਕ ਅਜਿਹਾ ਭਾਗ ਜੋ ਕਿ ਸਾਡਾ ਪ੍ਰੋਟੀਨ ਦਾ ਭਾਗ ਪੂਰਾ ਕਰਦਾ ਹੈ। ਤਾਂ ਗਲੂਟਨ ਇਜ਼ ਦਾ ਪ੍ਰੋਟੀਨ ਐਲੀਮੈਂਟ ਫਾਊਂਡ ਇਨ ਸੀਰੀਅਲਸ ਕੀ ਹੁੰਦੇ ਨੇ? ਅਨਾਜ। ਇਹ ਬਹੁਤ ਇੰਪੋਰਟੈਂਟ ਲਾਈਨ ਹੈ ਸਟੂਡੈਂਟਸ ਤੁਹਾਡੇ ਔਨਲਾਈਨ ਕਿਊਜ਼ ਵਾਸਤੇ। ਗਲੂਟਨ ਤੋਂ ਸਾਨੂੰ ਕੀ ਮਿਲਦਾ? ਪ੍ਰੋਟੀਨ ਐਲੀਮੈਂਟ ਮਿਲਦਾ। ਕਿਹਦੇ ਵਿੱਚ ਪਾਇਆ ਜਾਂਦਾ? ਅਨਾਜਾਂ 'ਚ ਪਾਇਆ ਜਾਂਦਾ। ਕਿਹੜੇ ਕਿਹੜੇ ਅਨਾਜਾਂ 'ਚ? ਕਣਕ, ਓਟ, ਬਾਰਲੇ ਆਦਿ ਵਿੱਚ। ਠੀਕ ਹੈ ਸਟੂਡੈਂਟਸ, ਇਹ ਬਹੁਤ ਇੰਪੋਰਟੈਂਟ ਹੈ। ਲਾਸਟ ਆਪਾਂ ਐਂਡ ਕਰਨ ਲੱਗਿਆ ਟੌਪਿਕ ਦਾ, ਇਹ ਕੀ ਹੈ? ਅਸੈਪਟਿਕ, ਜਰਮ ਰਹਿਤ। ਖਾਸ ਕਿਸਮ ਦੇ ਖਰਾਬ ਬੈਕਟੀਰੀਆ ਤੋਂ ਬਚਣ ਲਈ ਜੇ ਅਸੀਂ ਤਿਆਰ ਕਰਦੇ ਹਾਂ, ਅਜਿਹੀਆਂ ਪੈਕਿੰਗਸ ਤਿਆਰ ਕਰੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਇੱਕ ਟੈਕਨੀਕ ਦੇ ਰਾਹੀਂ ਤਿਆਰ ਕਰਕੇ ਰਜਿਸਟਰਡ ਸਟੋਰੇਜ ਲੌਂਗ ਲਾਈਫ ਪ੍ਰੋਡਕਟ, ਉਹਨਾਂ ਨੂੰ ਸਟਰਲਾਈਜੇਸ਼ਨ ਦਾ ਮਤਲਬ ਹੁੰਦਾ ਸਟੂਡੈਂਟਸ ਜਰਮ ਰਹਿਤ ਔਰ ਫ੍ਰੀ ਆਫ ਬੈਕਟੀਰੀਅਲ ਕੰਟੈਮੀਨੇਸ਼ਨ। ਅੱਜ ਦੇ ਸਮੇਂ ਦੇ ਵਿੱਚ, ਆਹ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਸਾਰੇ ਦੇ ਸਾਰੇ ਡਰੇ ਬੈਠੇ ਹਾਂ, ਖਾਣ ਤੋਂ ਵੀ ਸਾਨੂੰ ਡਰ ਲੱਗਦਾ, ਬਾਹਰ ਚੀਜ਼ ਲੈ ਕੇ ਆਉਂਦੇ ਹਾਂ, ਤਾਂ ਸਟੂਡੈਂਟਸ ਧੰਨਵਾਦ, ਬਹੁਤ ਹੀ ਧੰਨਵਾਦ।